ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਬरुण कौर मान ਤੇ ਸਵਾਗਤ ਹੈ ਪ੍ਰੋਗਰਾਮ ਬੈਠਕ ਵਿਦ ਬरुण कौर मान ਦੇ ਵਿੱਚ। ਅੱਜ ਇੱਕ ਵਾਰੀ ਫਿਰ ਤੋਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਸ਼ੇਫਾਲੀ ਲਖਨਪਾਲ। ਬਹੁਤ ਸਾਰੇ ਘਰੇਲੂ ਨੁਸਖੇ ਦੱਸੇ ਸੀ ਪਿਛਲੀ ਵਾਰ ਇਹਨਾਂ ਨੇ ਸਾਨੂੰ, ਜੋ ਬਹੁਤ ਪਸੰਦ ਵੀ ਕੀਤੇ ਗਏ। ਉਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਵੀ ਅਸੀਂ ਇਹਨਾਂ ਦੇ ਨਾਲ ਖਾਣ ਪੀਣ ਦੀਆਂ ਗੱਲਾਂ ਕਰਨੀਆਂ ਨੇ, ਕਿਉਂਕਿ ਇਹ ਮਾਹਿਰ ਨੇ ਇਹਨਾਂ ਚੀਜ਼ਾਂ ਦੇ ਵਿੱਚ। ਤੇ ਜਦੋਂ ਇਹ ਸਾਨੂੰ ਦੱਸਦੇ ਨੇ ਕਿ ਕੀ ਖਾਣਾ ਚਾਹੀਦਾ ਹੈ, ਕਿਵੇਂ ਖਾਣਾ ਚਾਹੀਦਾ ਹੈ, ਫਿਰ ਬੜੇ ਸਾਰੇ ਸਵਾਲ ਮਨ ਦੇ ਵਿੱਚ ਆਉਂਦੇ ਨੇ ਕਿ ਸਰਦੀਆਂ ਨੂੰ ਕੀ ਖਾਣਾ ਚਾਹੀਦਾ ਹੈ, ਮਸਾਲੇ ਕਿੰਨੇ ਖਾਓ, ਘਿਓ ਕਿੰਨਾ ਖਾਓ, ਚਾਹ ਕਿੰਨੀ ਪੀਓ। ਮੇਰੇ ਤਾਂ ਆਪਣੇ ਬੜੇ ਸਵਾਲ ਨੇ ਤੇ ਉਮੀਦ ਕਰ ਰਹੀ ਹਾਂ ਜਿੰਨੇ ਮੈਂ ਸਵਾਲ ਪੁੱਛਣ ਜਾ ਰਹੀ ਹਾਂ ਤੁਹਾਡੇ ਮੇਰੇ ਸਵਾਲ ਰਲਦੇ ਹੀ ਹੋਣਗੇ। ਫਿਲਹਾਲ ਕਰਦੇ ਹਾਂ ਪਹਿਲਾਂ ਪ੍ਰੋਗਰਾਮ 'ਚ ਸਵਾਗਤ। ਬਹੁਤ ਬਹੁਤ ਸਵਾਗਤ ਹੈ। ਪਿਛਲੀ ਵਾਰੀ ਵਾਲਾ ਪ੍ਰੋਗਰਾਮ ਕਾਫੀ ਪਸੰਦ ਕੀਤਾ ਗਿਆ ਤੇ ਅੱਜ ਆਪਾਂ ਫਿਰ ਤੋਂ ਖਾਣ ਪੀਣ ਤੇ ਗੱਲ ਕਰਨੀ ਸ਼ੁਰੂ ਕਰਨੀ ਹੈ। ਸਰਦੀਆਂ ਦਾ ਮੌਸਮ ਹੈ ਤੇ ਹੁੰਦਾ ਕਿ ਆਹ ਖਾਣਾ ਉਹ ਖਾਣਾ ਇੱਦਾਂ ਖਾਣਾ। ਗਰਮੀਆਂ ਦਾ ਮੌਸਮ ਹੈ, ਉਦੋਂ ਵੱਖਰੇ ਤਰੀਕੇ ਦਾ ਫੂਡ ਹੁੰਦਾ, ਸਰਦੀਆਂ ਨੂੰ ਵੱਖਰੇ ਤਰੀਕੇ ਦਾ ਫੂਡ ਹੁੰਦਾ। ਪਰ ਇੱਕ ਚੀਜ਼ ਹੁੰਦੀ ਹੈ ਟਾਈਮ 'ਤੇ ਖਾਣਾ ਪੀਣਾ ਕਿੰਨਾ ਜ਼ਰੂਰੀ ਹੈ। ਕਿਉਂਕਿ ਕੁਝ ਲੋਕ ਕਹਿ ਦਿੰਦੇ ਮੈਨੂੰ ਫਰਕ ਨਹੀਂ ਪੈਂਦਾ, ਮੈਂ ਸਵੇਰ ਨੂੰ ਨਾ ਖਾਵਾਂ ਜਾਂ ਦੁਪਹਿਰ ਨੂੰ ਨਾ ਖਾਵਾਂ। ਕਿੰਨਾ ਕੁ ਜ਼ਰੂਰੀ ਹੈ ਟਾਈਮ 'ਤੇ ਖਾਣਾ ਪੀਣਾ? ਟਾਈਮ 'ਤੇ ਖਾਣਾ ਪੀਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨਾ। ਜਿੱਦਾਂ ਜਦੋਂ ਤੁਸੀਂ ਸਵੇਰੇ ਉੱਠਦੇ ਹੋ, ਰਾਤ ਦਾ ਤੁਸੀਂ ਖਾਣਾ ਖਾਧਾ, ਉਸ ਤੋਂ ਬਾਅਦ ਤੁਹਾਡਾ ਪੇਟ ਬਿਲਕੁਲ ਖਾਲੀ ਹੈ ਜੀ, ਤੇ ਤੁਸੀਂ ਬਿਨਾਂ ਫਿਊਲ ਤੋਂ ਗੱਡੀ ਚਲਾ ਸਕਦੇ ਹੋ? ਨਹੀਂ। ਜੇ ਤੁਸੀਂ ਕਹੋ ਕਿ ਮੈਂ ਗੱਡੀ 'ਚ ਸਵੇਰੇ ਪੈਟਰੋਲ ਹੀ ਨਹੀਂ ਪਾਇਆ ਹਨਾ, ਔਰ ਮੈਂ ਇਹਨੂੰ ਲੈ ਜਾ ਕਿੱਦਾਂ ਲੈ ਕੇ ਜਾਓਗੇ? ਇੱਦਾਂ ਮਾਰਨਿੰਗ 'ਚ ਸਾਡਾ ਸਭ ਤੋਂ ਪਹਿਲੇ ਤਾਂ ਬ੍ਰੇਕਫਾਸਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੇ ਲੇਕਿਨ ਕੀ ਟਾਈਮ ਹੋਣਾ ਚਾਹੀਦਾ ਖਾਣ ਦਾ ਟਾਈਮ ਹੈ ਕਿ ਜਦੋਂ ਅਸੀਂ ਮਾਰਨਿੰਗ 'ਚ ਉੱਠਦੇ ਹਾਂ ਉਹਦੇ ਅੱਧੇ ਘੰਟੇ ਦੇ ਅੰਦਰ ਅੰਦਰ ਸਾਨੂੰ ਆਪਣਾ ਇੱਕ ਸਮਾਲ ਪਹਿਲਾ ਮੀਲ ਲੈ ਲੈਣਾ ਚਾਹੀਦਾ। ਜੀ, ਠੀਕ ਹੈ। ਤੇ ਉੱਤੇ ਬਾਅਦ ਦੇ ਵਿੱਚ ਲੰਚ ਵੀ ਆਉਂਦਾ, ਡਿਨਰ ਵੀ ਆਉਂਦਾ, ਵੱਖਰੇ ਵੱਖਰੇ ਸਟੈਪ ਆਉਂਦੇ। ਇਹਦੇ ਵਾਸਤੇ ਹੈ ਕਿ ਜਿਹੜਾ ਸਾਨੂੰ ਪਹਿਲਾ ਮੀਲ ਹੈ ਉਹ ਮਾਰਨਿੰਗ 'ਚ ਅੱਧੇ ਘੰਟੇ ਦੇ ਵਿੱਚ ਸਟਾਰਟ ਕਰ ਲੈਣਾ ਚਾਹੀਦਾ। ਔਰ ਜਿਹੜਾ ਰਾਤ ਹੈ ਸਾਡਾ, ਉਹ ਸਾਨੂੰ ਰਾਤੀ ਸੌਣ ਤੋਂ 2 ਜਾਂ 3 ਘੰਟੇ ਪਹਿਲੇ ਸਾਡਾ ਲਾਸਟ ਮੀਲ ਲੈਣਾ ਚਾਹੀਦਾ। ਔਰ ਉਹਦੇ ਵਿੱਚ ਸਾਨੂੰ ਆਪਣੇ ਮੀਲ ਨੂੰ 6 ਮੀਲ ਦੇ ਵਿੱਚ ਡਿਵਾਈਡ ਕਰਨਾ ਚਾਹੀਦਾ। ਜਿੱਦਾਂ ਆਪਾਂ ਅਰਲੀ ਮਾਰਨਿੰਗ ਲੈ ਲਿਆ, ਫਿਰ ਆਪਾਂ ਬ੍ਰੇਕਫਾਸਟ, ਫਿਰ ਆਪਾਂ ਮਿਡ ਡੇ ਮੀਲ, ਲੰਚ ਲਿਆ, ਫਿਰ ਉਸ ਤੋਂ ਬਾਅਦ ਆਪਾਂ ਈਵਨਿੰਗ ਸਨੈਕਸ ਦੀ ਤਰ੍ਹਾਂ ਲੈ ਲਿਆ, ਔਰ ਆਪਾਂ ਆਪਣਾ ਨਾਈਟ ਦਾ ਮੀਲ ਲਿਆ, ਡਿਨਰ। ਟਾਈਮ ਦੀ ਗੱਲ ਕੀਤੀ ਹੈ, ਟਾਈਮ 'ਤੇ ਖਾਣਾ ਚਾਹੀਦਾ ਹੈ। ਪ੍ਰੋਬਲਮ ਆ ਜਾਂਦੀ ਹੈ ਕਿ ਜਦੋਂ ਕੁਝ ਖਾਧਾ ਉਹਨੇ ਸਾਨੂੰ ਖਰਾਬ ਕੀਤਾ। ਤੇ ਅੱਜ ਕੱਲ੍ਹ ਬਹੁਤਾ ਫੂਡ ਇੱਦਾਂ ਦਾ ਆ ਰਿਹਾ ਹੈ ਮਾਰਕੀਟ ਦੇ ਵਿੱਚ ਜੋ ਸਾਨੂੰ ਖਰਾਬ ਹੀ ਕਰ ਰਿਹਾ ਹੈ। ਤੇ ਜਦੋਂ ਖਰਾਬ ਹੋਣ ਦੀ ਸਮੱਸਿਆ ਦੀ ਗੱਲ ਹੁੰਦੀ ਹੈ, ਬੱਚੇ, ਬਜ਼ੁਰਗ, ਜਵਾਨ ਸਾਰੇ ਦੇ ਸਾਰੇ ਕਿਤੇ ਨਾ ਸਮੱਸਿਆ ਦੇ ਵਿੱਚੋਂ ਗੁਜ਼ਰ ਰਹੇ ਆ। ਇੱਕ ਸਮੱਸਿਆ ਜੋ ਬੜੀ ਵੱਡੀ ਪੈਦਾ ਹੋ ਰਹੀ ਹੈ, ਫੈਟੀ ਲੀਵਰ। ਫੈਟੀ ਲੀਵਰ ਇੱਕ ਕਾਫੀ ਵੱਡੀ ਸਮੱਸਿਆ ਹੈ, ਨੋ ਡਾਊਟ। ਇਹਦਾ ਪਿੱਛੇ ਜਿਹੜਾ ਮੇਨ ਕਾਰਨ ਸਮਝ ਆਉਂਦਾ ਨਾ, ਮੈਨੂੰ ਜਿਹੜੇ 2 ਕਾਰਨ ਇਹਦੇ ਸਮਝ ਆਉਂਦੇ। ਪਹਿਲਾ ਹੈ ਕਿ ਖਾਣਾ ਬਣਾਉਣ ਦਾ ਤਰੀਕਾ ਤੇ ਦੂਜਾ ਹੈ ਖਾਣ ਦਾ ਤਰੀਕਾ। ਪਹਿਲੇ ਜਦੋਂ ਖਾਣਾ ਬਣਦਾ ਸੀਗਾ ਨਾ, ਉਹ ਬੜਾ ਨੋਰਮਲ, ਸਾਤਵਿਕ, ਮੌਸਮ ਦੇ ਹਿਸਾਬ ਦੇ ਨਾਲ ਹਨਾ, ਲੋਕਲ ਖਾਣਾ ਬਣਦਾ ਸੀਗਾ, ਬੜਾ ਘਰੇਲੂ ਤਰੀਕੇ ਦੇ ਨਾਲ ਖਾਣਾ ਬਣਦਾ ਸੀ। ਹੁਣ ਜਿਹੜਾ ਸਿਸਟਮ ਹੈ ਨਾ, ਉਹ ਹੋ ਗਿਆ ਹੈ ਕਿ ਅਸੀਂ ਪ੍ਰੀਜ਼ਰਵਡ ਫੂਡਸ ਖਾ ਰਹੇ ਹਾਂ, ਜ਼ਿਆਦਾ ਆਇਲੀ ਖਾ ਰਹੇ ਹਾਂ ਹਨਾ। ਉਹਨੂੰ ਅਸੀਂ ਸਟੋਰਡ ਫੂਡਸ ਅਸੀਂ ਜਿਹੜੇ ਲੈ ਰਹੇ ਹਾਂ, ਔਰ ਸੀਜ਼ਨ ਦੇ ਹਿਸਾਬ ਨਾਲ ਅਸੀਂ ਨਹੀਂ ਖਾ ਰਹੇ ਹਾਂ। ਉਹਨੂੰ ਮਾਈਕ੍ਰੋਵੇਵ ਜਾਂ ਬਹੁਤ ਜ਼ਿਆਦਾ ਅਸੀਂ ਡੀਪ ਅਸੀਂ ਉਹਨੂੰ ਕੁੱਕ ਕਰ ਰਹੇ ਹਾਂ ਹਨਾ। ਤੇ ਇਹਦੇ ਹਿਸਾਬ ਨਾਲ ਵੀ ਜਿਹੜਾ ਖਾਣਾ ਪਹਿਲੇ ਉਹਦੀ ਨਿਊਟ੍ਰੀਸ਼ੀਅਸ ਵੈਲਿਊ ਤੇ ਖਤਮ ਹੋ ਜਾਂਦੀ ਹੈ। ਤੇ ਉਹਦੇ 'ਚ ਰਹਿ ਜਾਂਦਾ ਕਿ ਇਹ ਜ਼ਿਆਦਾ ਤੌਰ ਤੇ ਫੈਟ, ਜਿਹਦੇ ਨਾਲ ਕੋਲੈਸਟਰੋਲਸ ਵੀ ਵੱਧਦੇ ਨੇ ਔਰ ਤੁਹਾਡਾ ਲੀਵਰ ਦੇ ਉੱਤੇ ਵੀ ਉਹਦਾ ਅਸਰ ਪੈਂਦਾ। ਠੀਕ ਹੈ ਨਾ। ਅੱਜ ਕੱਲ੍ਹ ਦੇ ਟਾਈਮ 'ਚ ਤੁਸੀਂ ਕੀ ਦੇਖੋਗੇ ਕਿ ਫੈਟੀ ਲੀਵਰ ਹੋ ਰਿਹਾ, ਉਹਦਾ ਕਾਰਨ ਕੀ ਹੈ? ਅਸੀਂ ਘਰਾਂ 'ਚ ਪਰੌਂਠੇ ਖਾ ਰਹੇ ਹਨਾ। ਹੁਣ ਪਰੌਂਠਿਆਂ ਦੇ ਪਿੱਛੇ ਕੀ ਹੈ? ਜਦੋਂ ਆਪਾਂ ਖਾ ਰਹੇ ਹਾਂ, ਜ਼ਿਆਦਾਤਰ ਤੇ ਲੋਕੀ ਜਦੋਂ ਆਟਾ ਗੁੰਨਦੇ ਨੇ ਪਹਿਲੇ ਉਹ 'ਚ ਵੀ ਘਿਓ ਪਾ ਦਿੰਦੇ ਨੇ ਪਰਾਂਠਿਆਂ ਦਾ। ਠੀਕ ਹੈ ਨਾ। ਫਿਰ ਜਦੋਂ ਪੇੜਾ ਬਣਾਇਆ ਉਹਦੇ 'ਚ ਵੀ ਘਿਓ ਪਾਤਾ। ਜਦੋਂ ਅਸੀਂ ਉੱਤੇ ਚਪਾਤੀ ਪਰੌਂਠੀ ਬਣਾਈ ਉਹਦੇ ਉੱਤੇ ਵੀ ਘਿਓ ਲਾ ਲਿਆ ਤੇ ਉੱਤੇ ਵੀ ਮੱਖਣ ਲਾ ਕੇ ਖਾਣਾ, ਤੇ ਲੀਵਰ ਫੈਟੀ ਹੋਏਗਾ ਡੈਫੀਨੇਟਲੀ। ਆਇਲ ਦੀ ਮਾਤਰਾ, ਘਿਓ ਦੀ ਮਾਤਰਾ ਸਾਡੇ ਸਰੀਰ 'ਚ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਕਿ ਉਹ ਸਾਡਾ ਜਿਹੜਾ ਸਾਡੇ ਲੀਵਰ ਉਹਨੂੰ ਬੜੀ ਅੱਛੀ ਤਰ੍ਹਾਂ ਡਾਈਜੈਸਟ ਨਹੀਂ ਕਰ ਪਾ ਰਿਹਾ। ਠੀਕ ਹੈ ਨਾ। ਔਰ ਉਹਨੂੰ ਫੈਟੀ ਕਰ ਰਿਹਾ। ਤੁਸੀਂ ਇੱਕ ਕੈਸਟਰੋਲ ਦੀ ਗੱਲ ਕੀਤੀ ਹੈ। ਇਹ ਸਮੱਸਿਆ ਕਿਵੇਂ ਵੱਧਦੀ ਹੈ, ਕਿਵੇਂ ਕੰਟਰੋਲ ਕੀਤੀ ਜਾਂਦੀ ਹੈ, ਔਰ ਇਹਦੇ ਨੁਕਸਾਨ? ਹਾਂ, ਕੋਲੈਸਟਰੋਲ ਵੀ ਜਿਹੜਾ ਹੈ ਕਿਤੇ ਨਾ ਕਿਤੇ ਸਾਡੇ ਫੈਟ ਦੇ ਨਾਲ ਰਿਲੇਟਿਡ ਹੈ। ਅੱਜ ਕੱਲ੍ਹ ਕੀ ਹੋ ਰਿਹਾ, ਜ਼ਿਆਦਾਤਰ ਜਿਹੜੀ ਕੁਕਿੰਗ ਹੋ ਰਹੀ ਹੈ ਉਹ ਤਰਦੇ ਘਿਓ 'ਚ ਹੋ ਰਹੀ ਹੈ ਹਨਾ। ਤੁਸੀਂ ਦੇਖੋਗੇ ਜਿੰਨੀ ਸਬਜ਼ੀ ਓਨਾ ਹੀ ਘਿਓ ਪੈ ਰਿਹਾ ਖਾਣਿਆਂ ਦੇ ਵਿੱਚ। ਪਹਿਲੇ ਤਾਂ ਆਪਾਂ 3 ਟਾਈਮ ਦਾ ਜਿਹੜਾ ਮੀਲ ਬਣਾ ਰਹੇ ਹਾਂ ਉਹ ਆਪਾਂ ਘਿਓ ਦੇ ਵਿੱਚ ਬਣਾ ਰਹੇ ਹਾਂ। ਉਸ ਤੋਂ ਬਾਅਦ ਵੀ ਹੋ ਰਿਹਾ ਕਿ ਜਿਹੜਾ ਆਪਾਂ ਸਨੈਕਸ ਲੈਣੇ ਆ ਉਹ ਵੀ ਆਪਾਂ ਜ਼ਿਆਦਾ ਘਿਓ ਦੇ ਵਿੱਚ, ਘਿਓ ਵਾਲੇ ਰਹਿ ਰਹੇ ਹਾਂ। ਜਾਂ ਬੇਕਰੀ ਦੇ ਬਿਸਕਿਟ, ਕਈ ਲੋਕ ਤੇ ਮੈਂ ਦੇਖਿਆ ਕਿ ਪੂਰਾ ਪੈਕੇਟ ਖਾ ਜਾਂਦੇ ਨੇ। ਚਾਹ ਦੇ ਨਾਲ ਆਪਾਂ 8-10 ਬਿਸਕਿਟ ਖਾ ਲਏ, 8-10 ਬਿਸਕਿਟ ਖਾ ਲਏ, ਮਤਲਬ ਬਹੁਤ ਜ਼ਿਆਦਾ ਕੈਲਰੀਜ਼ ਲੈ ਲਈਆਂ, ਬਹੁਤ ਜ਼ਿਆਦਾ ਤੁਹਾਡੇ ਅੰਦਰ ਘਿਓ ਚਲਾ ਗਿਆ। ਪਕੌੜੇ ਤਾਂ ਆਮ ਨੇ, ਚਲੋ ਪਕੌੜੇ ਬਣਾ ਲਓ, ਅੱਜ ਬਾਰਿਸ਼ ਦਾ ਮੌਸਮ ਹੈ ਤੇ ਪਕੌੜੇ ਬਣਾ ਲਏ। ਠੰਡ ਜ਼ਿਆਦਾ ਹੈ ਤੇ ਚਾਹ ਦੇ ਨਾਲ ਆਪਾਂ ਪਕੌੜੇ ਖਾ ਲਏ। ਇੰਨਾ ਸਭ ਕੁਝ ਕਰ ਰਿਹਾ, ਲੇਕਿਨ ਤੁਹਾਡੀ ਬਾਡੀ ਇੰਨਾ ਜ਼ਿਆਦਾ ਜਿਹੜਾ ਫੈਟ ਹੈ ਉਹ ਡਾਈਜੈਸਟ ਨਹੀਂ ਕਰ ਸਕਦੀ। ਠੀਕ ਹੈ ਨਾ।
ਉਹ ਫੈਟ ਕੀ ਕਰਦਾ ਹੈ, ਉਹ ਫੈਟ ਜਾ ਕੇ ਸਾਡੀ ਨਾੜੀਆਂ ਦੇ ਵਿੱਚ ਜਮਾ ਹੋ ਜਾਂਦਾ ਜੀ। ਜਦੋਂ ਉਹ ਜਮਾ ਹੁੰਦਾ, ਇਹ ਸਾਰੇ 5 ਤਰ੍ਹਾਂ ਦੇ ਕੋਲੇਸਟਰੋਲਸ ਹੁੰਦੇ ਨੇ ਤੇ ਇਹ ਸਾਰੇ ਸਾਡੀ ਨਾੜਾਂ 'ਚ ਜਮਾ ਹੋਣ ਲੱਗ ਜਾਂਦੇ ਨੇ। ਔਰ ਜਿਹਦਾ ਆਉਣ ਵਾਲੇ ਟਾਈਮ 'ਚ ਸਭ ਤੋਂ ਜ਼ਿਆਦਾ ਜਿਹੜਾ ਅਸਰ ਹੈ ਜਾਂ ਤੇ ਸਾਡੇ ਬਲੱਡ ਪ੍ਰੈਸ਼ਰ ਤੇ ਪੈਂਦਾ ਜਾਂ ਸਾਡੇ ਹਾਰਟ ਤੇ ਪੈਂਦਾ। ਆਪਾਂ ਅਚਾਨਕ ਕਹਿੰਦੇ ਆ ਨਾ ਬੰਦਾ ਸਿਰਫ 45-50 ਸਾਲ ਦਾ ਸੀਗਾ, ਉਹਨੂੰ ਸਾਇਲੈਂਟ ਪ੍ਰੋਬਲਮ ਆ ਗਈ ਹਾਰਟ ਅਟੈਕ ਦੀ। ਸਾਇਲੈਂਟ ਨਹੀਂ ਆਉਂਦੀ ਹੁੰਦੀ ਕਦੀ ਵੀ, ਇਹ ਬੇਸਿਕਲੀ ਆਪਾਂ ਸਟਾਰਟ ਕੀਤੀ ਹੁੰਦੀ ਆਪਣੇ ਬਚਪਨ ਤੋਂ। ਔਰ ਇੰਨਾ ਉਹ ਸਾਡਾ ਬਲੱਡ ਗਾੜਾ ਹੋ ਜਾਂਦਾ ਔਰ ਇੰਨਾ ਸਾਡੇ ਕੋਲੇਸਟਰੋਲ ਡਿਪੋਜ਼ਿਟ ਹੋ ਜਾਂਦਾ ਹੈ ਕਿ ਉਹ ਸਾਡਾ ਬਲੱਡ ਜ਼ਿਆਦਾ ਚੰਗੇ ਤਰੀਕੇ ਨਾਲ ਦੌਰਾ ਹੀ ਨਹੀਂ ਕਰ ਪਾਉਂਦਾ ਅੱਗੇ। ਔਰ ਇਹਨੂੰ ਠੀਕ ਕਰਨ ਦਾ ਤਰੀਕਾ ਕਿ ਅਸੀਂ ਜਿੰਨਾ ਹੋ ਸਕੇ ਆਪਣੇ ਖਾਣੇ 'ਚੋਂ ਜਿੰਨਾ ਵੀ ਆਇਲ ਹੈ ਉਹਨੂੰ ਆਪਾਂ ਪਹਿਲੇ ਤੇ ਕੱਢੀਏ ਤੇ ਕਿਹੜਾ ਆਇਲ ਖਾਣਾ ਉਹਦੇ ਬਾਰੇ ਸਮਝੀਏ। ਤੇ ਅੱਜ ਮੈਂ ਸਾਰੀ ਜਨਤਾ ਨੂੰ ਜ਼ਰੂਰ ਸਮਝਾਉਣਾ ਚਾਹਾਂਗੀ ਕਿ ਘਿਓ ਕਿਹੜਾ ਖਾਣਾ ਚਾਹੀਦਾ ਤੇ ਕਿੰਨਾ ਕੁ ਹੋਣਾ ਚਾਹੀਦਾ। ਸਾਡੇ ਕੋਲ 3 ਤਰ੍ਹਾਂ ਦੇ ਜਿਹੜੇ ਫੈਟਸ ਹੁੰਦੇ ਨੇ, ਜਿਹਨੂੰ ਆਪਾਂ ਕਹਿੰਦੇ ਆ ਕਿ ਕਿਹੜੇ ਤਰ੍ਹਾਂ ਦੇ ਆਪਾਂ ਫੈਟਸ ਯੂਜ਼ ਕਰਦੇ ਆ, ਕੋਲੇਸਟਰੋਲਸ ਯੂਜ਼ ਕਰਦੇ ਆ। ਇੱਕ ਹੁੰਦੇ ਨੇ ਅਨਸੈਚੂਰੇਟਿਡ ਫੈਟਸ, ਇੱਕ ਹੁੰਦੇ ਨੇ ਸੈਚੂਰੇਟਿਡ ਫੈਟਸ ਤੇ ਇੱਕ ਨੇ ਟ੍ਰਾਂਸ ਫੈਟਸ। ਜਿਹੜੇ ਅਨਸੈਚੂਰੇਟਿਡ ਫੈਟਸ ਨੇ ਉਹ ਨੇ ਆਮ ਭਾਸ਼ਾ ਜੇ ਮੈਂ ਸਮਝਾਵਾਂ, ਜਿਹੜੇ ਰੂਮ ਟੈਂਪਰੇਚਰ ਤੇ ਪਿਘਲ ਜਾਂਦੇ ਨੇ, ਜਿੱਦਾਂ ਤੁਸੀਂ ਕਹੋ ਕੈਨੋਲਾ ਆਇਲ, ਰਾਈਸ ਆਇਲ, ਓਲੀਵ ਆਇਲ, ਇਹ ਤੁਹਾਡੀ ਬਾਡੀ ਵਾਸਤੇ ਅੱਛੇ ਨੇ। ਲੇਕਿਨ ਇਹ ਵੀ ਆਪਾਂ ਨੂੰ ਰਿਪਲੇਸ ਕਰ ਕਰਕੇ ਯੂਜ਼ ਕਰਨੇ ਚਾਹੀਦੇ ਆ। ਜਿਸ ਤਰ੍ਹਾਂ ਕਿ ਤੁਸੀਂ ਅੱਜ ਇੱਕ ਬੋਟਲ ਲੈ ਲਈ, 2 ਕਿਲੋ ਦੀ ਕੈਨੀ ਲੈ ਲਓ ਤੁਸੀਂ ਕੈਨੋਲਾ ਦੀ, 2 ਦੀ ਰਾਈਸ ਦੀ, 2 ਦੀ ਤੁਸੀਂ ਬ੍ਰਾਊਨ ਰਾਈਸ ਆਇਲ ਦੀ ਲੈ ਲਈ, 2 ਦੀ ਤੁਸੀਂ ਓਲੀਵ ਆਇਲ ਦੀ ਲੈ ਲਈ ਤੇ 15-15 ਦਿਨਾਂ ਬਾਅਦ ਤੁਸੀਂ ਆਇਲ ਨੂੰ ਰਿਪਲੇਸ ਕਰਦੇ ਰਹੋ। ਤੇ ਪੂਰੇ ਇੱਕ ਹੋਲ ਫੈਮਿਲੀ ਦੇ ਮੀਲ ਦੇ ਵਾਸਤੇ ਜੇ ਤੁਸੀਂ 1 ਤੋਂ 1.5 ਚਮਚ ਇਸਤੇਮਾਲ ਕਰਦੇ ਹੋ ਤੇ ਉਹ ਤੁਹਾਡੇ ਵਾਸਤੇ ਸਫੀਸ਼ੀਐਂਟ ਹੈ। ਸੈਕਿੰਡ ਹੁੰਦਾ ਸੈਚੂਰੇਟਿਡ ਫੈਟਸ। ਸੈਚੂਰੇਟਿਡ ਫੈਟਸ ਉਹ ਹੁੰਦੇ ਨੇ ਜਿਹੜੇ ਰੂਮ ਟੈਂਪਰੇਚਰ ਤੇ ਪਿਘਲਦੇ ਨੇ। ਜੇ ਤੁਸੀਂ ਆਮ ਭਾਸ਼ਾ ਤੇ ਕਹੋ ਮਲਾਈ, ਮੱਖਣ ਤੇ ਘਿਓ, ਉਹਦੇ ਚੋਂ ਵੀ ਮਲਾਈ ਤੇ ਜਿਹੜੇ ਮੱਖਣ ਹੈ ਉਹ ਜ਼ਿਆਦਾ ਬੈਡ ਹੈ, ਲੇਕਿਨ ਜਿਹੜਾ ਦੇਸੀ ਘਿਓ ਹੈ ਉਹਦੇ ਕਾਫੀ ਗੁਣ ਨੇ। ਲੇਕਿਨ ਇਹ ਨਹੀਂ ਹੈ ਕਿ ਆਪਾਂ ਸਾਰੇ ਤੜਕੇ ਦੇਸੀ ਘਿਓ ਚਲਾਈਏ। ਜੇ ਆਪਾਂ ਦੇਸੀ ਘਿਓ ਨੂੰ ਤਰੀਕੇ ਨਾਲ ਯੂਜ਼ ਕਰੀਏ ਕਿ ਜੇ ਤੁਸੀਂ ਪੂਰੇ ਦਿਨ 'ਚ 1 ਤੋਂ 1.5 ਚਮਚਾ ਦੇਸੀ ਘਿਓ ਦਾ ਖਾਂਦੇ ਹੋ, ਉਹ ਤੁਹਾਡੇ ਵਾਸਤੇ ਵਧੀਆ, ਉਹ ਤੁਸੀਂ ਲੈ ਸਕਦੇ ਹੋ, ਲੇਕਿਨ ਇਸ ਤੋਂ ਉੱਪਰ ਨਹੀਂ। ਠੀਕ ਹੈ ਨਾ। ਇਨਫੈਕਟ ਦੇਸੀ ਘਿਓ ਦਾ ਤੁਸੀਂ ਇਸਤੇਮਾਲ ਲੋਕਲੀ ਆਪਣੀ ਨੋਸਟ੍ਰਿਲਸ ਲਗਾਉਣ ਲਈ ਵੀ ਕਰ ਸਕਦੇ ਹੋ, ਪੈਰਾਂ ਦੇ ਥੱਲੇ ਮਾਲਿਸ਼ ਵਾਸਤੇ ਵੀ ਤੁਸੀਂ ਕਰ ਸਕਦੇ ਹੋ। ਠੀਕ ਹੈ। ਤੇ ਮਲਾਈ ਤੇ ਜਿਹੜਾ ਮੱਖਣ ਹੈ ਉਹ ਨਹੀਂ ਯੂਜ਼ ਕਰਨਾ ਚਾਹੀਦਾ। ਠੀਕ ਹੈ ਨਾ, ਉਹਨੂੰ ਤੁਸੀਂ ਅਵੋਇਡ ਕਰੋ। ਉਹ ਕਾਫੀ ਜ਼ਿਆਦਾ ਫੈਟਸ ਤੁਹਾਡੀ ਬਾਡੀ ਦੇ ਅੰਦਰ ਡਿਪੋਜ਼ਿਟ ਕਰਦਾ ਹੈ। ਹਾਂ, ਰਾਦਰ ਕਿ ਜੇ ਤੁਸੀਂ ਬਹੁਤ ਕੋਈ ਵਰਕਆਊਟ ਕਰ ਰਹੇ ਹੋ ਉਹਦੇ ਨਾਲ ਜਾਂ ਕੋਈ ਐਥਲੀਟ ਹੋ, ਉਹਨੇ ਥੋੜਾ ਬਹੁਤਾ ਲੈ ਲਿਆ ਤੇ ਓਕੇ ਹੈ। ਥਰਡ ਹੁੰਦੇ ਟ੍ਰਾਂਸ ਫੈਟ। ਉਹ ਸਮਝਣਾ ਬਹੁਤ ਜ਼ਰੂਰੀ ਹੈ। ਜਿਹੜੇ ਸਾਡੇ ਬਰਗਰਸ ਦੇ ਵਿੱਚ, ਕੇਕਸ ਦੇ ਵਿੱਚ ਜਾਂ ਮਿਓਨੀਜ਼ ਦੇ ਰੂਪ ਚ ਆਉਂਦੇ ਨੇ, ਆਪਾਂ ਜਿੰਨਾ ਵੀ ਫਾਸਟ ਫੂਡ ਖਾਂਦੇ ਆ, ਉਹ ਬਿਲਕੁਲ ਹੀ ਖਰਾਬ ਹੈ। ਜੇ ਆਪਾਂ ਆਮ ਭਾਸ਼ਾ ਲਈ ਤੇ ਨਿਰਾ ਜ਼ਹਿਰ ਹੈ। ਠੀਕ ਹੈ ਨਾ। ਸਭ ਤੋਂ ਜ਼ਿਆਦਾ ਟ੍ਰਾਂਸ ਫੈਟ ਹੀ ਡਿਪੋਜ਼ਿਟ ਹੁੰਦਾ ਤੇ ਇਹਨੂੰ ਬਿਲਕੁਲ ਇਗਨੋਰ ਕਰਨ ਦੀ ਕੋਸ਼ਿਸ਼ ਕਰੋ, ਇਹਨੂੰ ਬਿਲਕੁਲ ਬੰਦ ਕਰਨ ਦੀ ਕੋਸ਼ਿਸ਼ ਕਰੋ। ਜੇ ਆਪਾਂ ਇਹਨਾਂ ਚੀਜ਼ਾਂ ਨੂੰ ਠੀਕ ਕਰਦੇ ਆ ਤੇ ਆਉਣ ਵਾਲੇ ਟਾਈਮ 'ਚ ਅਸੀਂ ਕੈਸਟਰੋਲ ਤੋਂ ਵੀ ਆਪਾਂ ਠੀਕ ਹੋ ਸਕਦੇ ਆ ਤੇ ਆਪਾਂ ਫੈਟੀ ਲੀਵਰ ਵੀ ਸਾਡਾ ਕਾਫੀ ਹੱਦ ਤੱਕ ਠੀਕ ਹੋਏਗਾ। ਤੇ ਇਹਦੇ ਨਾਲ ਥੋੜਾ ਜਿਹਾ ਵਰਕਆਊਟ ਵੀ ਜ਼ਰੂਰ ਕਰੋ। ਵਰਕਆਊਟ ਤਾਂ ਜ਼ਰੂਰੀ ਬਹੁਤ ਮੰਨਿਆ ਜਾਂਦਾ ਹੈ। 30 ਮਿੰਟਸ ਦੀ ਵਾਕ ਜਾਂ ਰਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਗੱਲ ਆਉਂਦੀ ਹੈ ਖਾਣ ਦੀ, ਔਰ ਤੁਸੀਂ ਗੱਲ ਕੀਤੀ ਹੈ ਚਾਹ ਪਕੌੜਿਆਂ ਦੀ, ਮੇਰੀ ਸੂਈ ਥੋੜੀ ਜਿਹੀ ਉੱਥੇ ਅਟਕੀ ਰਹਿ ਗਈ। ਸਿਆਲ ਹੋਣ ਗਰਮੀਆਂ ਹੋਣ, ਪੰਜਾਬੀਆਂ ਦੀ ਪਹਿਲੀ ਪਸੰਦ ਚਾਹ ਹੁੰਦੀ ਹੈ। ਕਹਿੰਦੇ ਜਿਹਨੇ ਚਾਹ ਨਹੀਂ ਪੀਤੀ ਤਾਂ ਉਹਨੇ ਕੀ ਕੀਤਾ। ਪਰ ਸਰਦੀਆਂ ਨੂੰ ਚਾਹ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਉਹਦੇ ਕੀ ਫਾਇਦੇ ਤਾਂ ਮੈਨੂੰ ਲੱਗਦਾ ਨਹੀਂ ਇੰਨੇ ਹੋਣਗੇ, ਨੁਕਸਾਨ ਕਿੰਨੇ ਕੁ ਹੈ ਬਹੁਤੀ ਚਾਹ ਪੀਣ ਦੇ? ਨੁਕਸਾਨ ਕਾਫੀ ਹੈ। ਦੇਖੋ, ਪਹਿਲੇ ਚਾਹ ਜਿਹੜੀ ਹੈ ਜ਼ਿਆਦਾਤਰ ਮੈਂ ਦੇਖਿਆ ਲੋਕ ਸਵੇਰੇ ਉੱਠਦੇ ਹੀ ਪਹਿਲੇ ਚਾਹ ਚਾਹੀਦੀ ਹੈ। ਕਈਆਂ ਨੂੰ ਤਾਂ ਬੈੱਡ 'ਚ ਹੀ ਚਾਹ ਚਾਹੀਦੀ ਹੈ, ਹਨਾ। ਬੇਸਿਕਲੀ ਇਹ ਚਾਹ ਹੈ ਕੀ ਤੇ ਕਿੱਥੋਂ ਇਨਵੈਂਟ ਹੋਈ? ਸਾਡੀ ਜਿਹੜੀ ਚਾਹ ਹੈ ਨਾ, ਬੇਸਿਕਲੀ ਸਾਡੇ ਆਯੁਰਵੇਦ ਤੋਂ, ਬੜੀ ਪ੍ਰਾਚੀਨ ਤੋਂ ਇਹ ਇਨਵੈਂਟ ਸੀਗੀ। ਪਹਿਲੇ ਇਹਨੂੰ ਕਾੜੇ ਦੇ ਰੂਪ 'ਚ ਯੂਜ਼ ਕੀਤਾ ਜਾਂਦਾ ਸੀਗਾ। ਜਿਸ ਤਰ੍ਹਾਂ ਮੰਨ ਲਓ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਤੇ ਉਹਨੂੰ ਕਾਲੀ ਮਿਰਚ ਪਾ ਕੇ ਤੇ ਵਿੱਚ ਦਾਲਚੀਨੀ ਪਾ ਕੇ ਉਹਨੂੰ ਕਾੜਾ ਬਣਾ ਕੇ ਦੇਤਾ, ਉਹਨੂੰ ਚਾਹ ਕਹਿ ਦਿੰਦੇ ਨੇ, ਹਨਾ। ਕਿਸੇ ਨੂੰ ਪੇਟ ਦੀ ਪ੍ਰੋਬਲਮ ਹੈ ਤਾਂ ਉਹਨੂੰ ਅਜਵੈਨ, ਤੁਲਸੀ ਦੇ ਪੱਤੇ ਪਾ ਕੇ ਕਾੜ ਕੇ ਦੇਤਾ, ਹਨਾ। ਤੇ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਹੈ ਤਾਂ ਉਹਨੂੰ ਸ਼ੁੰਠੀ ਪਾ ਕੇ ਉਬਾਲ ਕੇ ਦੇਤਾ। ਇਹ ਕਾੜੇ ਸੀ। ਇਹ ਕਾੜੇ ਹੌਲੇ ਹੌਲੇ ਅੰਗਰੇਜ਼ ਆਪਣੇ ਨਾਲ ਚਾਹ ਪੱਤੀ ਲੈ ਕੇ ਆਏ ਤੇ ਇਹ ਚਾਹ ਦੇ ਰੂਪ 'ਚ ਬਦਲ ਗਿਆ। ਜਾਂ ਕਹਿਣਾ ਚਾਹੀਦਾ ਕਿ ਇਹ ਇੱਕ ਨੋ ਡਾਊਟ ਇੱਕ ਮਾਡਰਨ ਚੀਜ਼ ਹੈ, ਲੇਕਿਨ ਇਹ ਇੱਕ ਮਾਤਰਾ 'ਚ ਠੀਕ ਹੈ, ਬਹੁਤ ਜ਼ਿਆਦਾ ਠੀਕ ਨਹੀਂ ਹੈ। ਠੀਕ ਹੈ ਨਾ। ਜਦੋਂ ਆਪਾਂ ਚਾਹ ਲੈਂਦੇ ਆ ਨਾ ਬਾਰ-ਬਾਰ, ਸਾਨੂੰ ਬੇਸਿਕਲੀ ਚਾਹ ਨਹੀਂ, ਉਹਦੇ ਅੰਦਰ ਦੀ ਚੀਨੀ ਦੀ ਕ੍ਰੇਵਿੰਗ ਹੋ ਰਹੀ ਹੁੰਦੀ ਹੈ, ਸ਼ੂਗਰ। ਉਹਦੇ ਨਾਲ ਕੀ ਹੁੰਦਾ, ਜੇ ਸਾਡਾ ਮਾਈਂਡ ਥੱਕਿਆ, ਆਪਾਂ ਪੜ੍ਹ ਰਹੇ ਆ, ਥੋੜੀ ਦੇਰ ਬਾਅਦ ਚਾਹ ਲੈ ਲਈ, ਥੋੜੇ ਥੱਕ ਕੇ 1 ਕੱਪ ਚਾਹ ਪੀਣੀ ਹੈ, ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਮਾਈਂਡ ਨੂੰ ਇੱਕਦਮ એનર્ਜੀ ਮਿਲ ਜਾਂਦੀ ਹੈ। ਬਿਕੋਜ਼ ਸ਼ੂਗਰ ਇਹੋ ਜਿਹੀ ਚੀਜ਼ ਹੈ ਜਿਹੜੀ ਸਭ ਤੋਂ ਫਾਸਟ ਰਿਲੀਜ਼ ਹੋ ਕੇ ਸਾਡੇ ਮਾਈਂਡ ਨੂੰ એનર્ਜੀ ਦੇ ਦਿੰਦੀ ਹੈ। ਤੇ ਇਸ ਕਰਕੇ ਆਪਾਂ ਬਾਰ-ਬਾਰ ਲੈਂਦੇ ਆ, ਔਰ ਜਿਹੜੀ ਚੀਜ਼ ਨੂੰ ਆਪਾਂ ਬਾਰ-ਬਾਰ ਕਰਦੇ ਹੋ ਇੱਕ ਹੈਬਿਟ ਬਣ ਜਾਂਦੀ। ਠੀਕ ਹੈ ਨਾ। ਸਾਡੇ ਮਾਈਂਡ ਨੂੰ ਬਾਰ-ਬਾਰ ਜਾਂਦਾ ਕਿ ਤੁਸੀਂ ਚਾਹ ਲੈ ਲਓ, ਔਰ ਇਹ ਬਹੁਤ ਹੀ ਗਲਤ ਹੈ।
ਸਭ ਤੋਂ ਗਲਤ ਹੈ ਜਿਹੜੀ ਆਪਾਂ ਸਵੇਰੇ ਉੱਠ ਕੇ ਖਾਲੀ ਪੇਟ ਚਾਹ ਲੈਂਦੇ ਆ। ਜਦੋਂ ਆਪਾਂ ਖਾਲੀ ਪੇਟ ਸਵੇਰੇ ਉੱਠ ਕੇ ਚਾਹ ਲੈਂਦੇ ਆ, ਉਹਦੇ ਨਾਲ ਪੇਟ ਦੀ ਐਸਿਡਿਟੀ ਵੱਧਦੀ ਹੈ, ਜਲਨ ਹੁੰਦੀ ਹੈ। ਲੋਕੀ ਕਈ ਕਹਿਣਗੇ ਆਪਾਂ ਸੁਣਿਆ ਕਿ ਮੇਰੇ ਪੇਟ 'ਚ ਬਹੁਤ ਜ਼ਿਆਦਾ ਜਲਨ ਹੋ ਰਹੀ ਹੈ, ਦਿੱਕਤ ਹੋ ਰਹੀ ਹੈ ਮੈਨੂੰ, ਠੀਕ ਹੈ ਨਾ। ਤੇ ਖਾਲੀ ਪੇਟ ਚਾਹ ਤਾਂ ਬਿਲਕੁਲ ਵੀ ਨਹੀਂ ਲੈਣੀ ਚਾਹੀਦੀ, ਜਿਹਦੇ ਨਾਲ ਤੁਹਾਨੂੰ ਸਾਰਾ ਦਿਨ ਲੱਗਦਾ ਰਹੇਗਾ ਕਿ ਮੈਨੂੰ ਬਹੁਤ ਜਿਸ ਤਰ੍ਹਾਂ ਡਕਾਰ ਆ ਰਹੇ ਹੈ, ਮੈਨੂੰ ਜਿਸ ਤਰ੍ਹਾਂ ਮੇਰਾ ਪੇਟ ਠੀਕ ਨਹੀਂ ਹੈ, ਭਾਰੀ ਭਾਰੀ ਲੱਗ ਰਿਹਾ ਹੈ। ਤੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਜਿਹੜੀ ਚਾਹ ਹੈ ਆਪਣੇ ਕੱਪ 1 ਤੋਂ 2 ਕਰੋ, ਬਾਕੀ ਜਿਹੜੀ ਜਿੰਨੀ ਵੀ ਚਾਹ ਹੈ ਉਹਨੂੰ ਗ੍ਰੀਨ ਟੀ ਦੇ ਨਾਲ ਰਿਪਲੇਸ ਕਰੋ। ਮਾਰਕੀਟ 'ਚ ਬਹੁਤ ਤਰ੍ਹਾਂ ਦੀ ਗ੍ਰੀਨ ਟੀ ਹੈ, ਆਪਾਂ ਘਰੇ ਵੀ ਬਣਾ ਸਕਦੇ ਹਾਂ, ਜਾਂ ਬਹੁਤ ਅੱਛੀ ਗ੍ਰੀਨ ਟੀ ਹੈ ਜਿਹਦਾ ਕੈਮੋਮਾਈਲ ਚਮੇਲੀ ਦੇ ਫੁੱਲਾਂ ਦੀ ਗ੍ਰੀਨ ਟੀ ਜਾਂ ਕ੍ਰੈਨਬੈਰੀ ਇਹਦੇ ਫਰੂਟਸ ਦੀ ਗ੍ਰੀਨ ਟੀ ਆਉਂਦੀ ਹੈ, ਉਹਨੂੰ ਇਸਤੇਮਾਲ ਕਰੋ। ਮਸਾਲਿਆਂ ਤੇ ਆਉਂਦੇ ਆ ਹੁਣ, ਕਿਉਂਕਿ ਚਾਹ ਵੀ ਪੀ ਲਈ, ਪਕੌੜੇ ਵੀ ਖਾ ਲਏ ਤੇ ਪਕੌੜਿਆਂ ਦੇ ਵਿੱਚ ਮਸਾਲਾ ਵੀ ਪਾ ਲਿਆ। ਇਕੱਲੇ ਪਕੌੜਿਆਂ 'ਚ ਹੀ ਨਹੀਂ, ਸਬਜ਼ੀਆਂ ਦੇ ਵਿੱਚ, ਕਿਉਂਕਿ ਜਿਹੜਾ ਸਾਡਾ ਇੰਡੀਅਨ ਕਲਚਰ ਹੈ, ਸਾਡੀ ਪੰਜਾਬੀਆਂ ਦੀ ਵੀ ਜੇ ਆਪਾਂ ਰਸੋਈ ਦੀ ਗੱਲ ਕਰੀਏ ਤੇ ਇੱਕ ਲੂਣਦਾਨੀ ਹੁੰਦੀ ਹੈ। ਲੂਣਦਾਨੀ ਦੇ ਵਿੱਚ ਲੂਣ, ਹਲਦੀ, ਕਾਲੀ ਮਿਰਚ ਤੋਂ ਬਿਨਾਂ ਹੋਰ ਵੀ ਬੜੇ ਤਰੀਕੇ ਦੇ ਮਸਾਲੇ ਹੁੰਦੇ ਆ ਜਿਨ੍ਹਾਂ ਨੂੰ ਪਾਏ ਬਿਨਾਂ ਸਾਡੀ ਸਬਜ਼ੀ ਪੂਰੀ ਨਹੀਂ ਹੁੰਦੀ। ਜਿਹੜੇ ਮਸਾਲੇ ਨੇ ਉਹਨਾਂ ਦੀ ਸਹੀ ਮਾਤਰਾ ਕਿੰਨੀ ਹੋਵੇ ਤੇ ਕਿਸ ਹੱਦ ਤੱਕ ਉਹਨਾਂ ਦਾ ਯੂਜ਼ ਕੀਤਾ ਜਾਵੇ। ਦੇਖੋ, ਮਸਾਲੇ ਜਿਹੜੇ ਨੇ ਇੱਕ ਤੇ ਖਾਣੇ ਨੂੰ ਟੇਸਟੀ ਵੀ ਬਣਾਉਂਦੇ ਨੇ ਤੇ ਉਹਨਾਂ ਦੀ ਨਿਊਟ੍ਰੀਸ਼ਨਲ ਵੈਲਿਊ ਨੂੰ ਵੀ ਅੱਛਾ ਕਰਦੇ ਨੇ ਜਦੋਂ ਆਪਾਂ ਕੁਝ ਵੀ ਕਰ ਰਹੇ ਹਾਂ। ਤੇ ਖਾਣੇ ਦੇ ਵਿੱਚ ਸਭ ਤੋਂ ਪਹਿਲੇ ਤਾਂ ਨਮਕ ਨੂੰ ਇੱਕ ਨਾਰਮਲ ਮਾਤਰਾ 'ਚ ਰੱਖਣਾ ਚਾਹੀਦਾ। ਜੇ ਤੁਸੀਂ ਇੱਕ ਫੈਮਿਲੀ ਦਾ ਕਰ ਰਹੇ ਹੋ ਤੇ ਸਬਜ਼ੀ ਦੇ ਹਿਸਾਬ ਨਾਲ ਹੀ ਰਹੇਗਾ। ਕਹਿਣ ਦਾ ਮਤਲਬ ਹੈ ਕਿ ਆਪਣੇ ਟੇਸਟ ਬਰਡਸ ਨੂੰ ਇੰਨਾ ਨਾ ਕਰੋ ਕਿ ਆਪਾਂ ਬਹੁਤ ਤਿੱਖਾ ਖਾਣਾ ਨਾ ਖਾਈਏ, ਸਧਾਰਨ ਖਾਓ ਜਿਹਦੇ ਨਾਲ ਸਾਡੀ ਆਂਤੜੀਆਂ ਦੇ ਵਿੱਚ ਜਲਨ ਨਾ ਹੋਏ, ਔਰ ਓਵਰ ਨਮਕ ਨਾ ਕਰੋ ਕਿ ਜਿਹਦੇ ਨਾਲ ਤੁਹਾਡਾ ਬੀਪੀ ਅਪ ਹੋਏ। ਸੈਕਿੰਡ, ਉਸ ਤੋਂ ਬਾਅਦ ਹੈ ਗਰਮ ਮਸਾਲਾ। ਉਹ ਵੀ ਬਹੁਤ ਜ਼ਰੂਰੀ ਹੈ, ਅੱਛਾ ਹੈ, ਜਿਹਦੇ ਵਿੱਚ ਆਪਾਂ ਜੀਰਾ ਹੁੰਦਾ, ਧਨੀਆ ਹੁੰਦਾ, ਦਾਲਚੀਨੀ ਹੁੰਦੀ ਹੈ, ਬਹੁਤ ਚੀਜ਼ਾਂ ਨੂੰ ਯੂਜ਼ ਕਰਕੇ ਗਰਮ ਮਸਾਲੇ ਨੂੰ ਬਣਾਇਆ ਜਾਂਦਾ ਹੈ। ਉਹਦੀ ਵੀ ਅੱਧਾ ਚਮਚ ਮਾਤਰਾ ਜ਼ਰੂਰ ਰੱਖੋ। ਤੇ ਹਲਦੀ ਦਾ ਇਸਤੇਮਾਲ ਜ਼ਰੂਰ ਕਰੋ। ਹਲਦੀ ਜਿਹੜੀ ਹੈ ਉਹ ਸਾਡੇ ਐਂਟੀਸੈਪਟਿਕ, ਐਂਟੀ ਇਨਫਲਾਮੇਟਰੀ ਕੰਮ ਕਰ ਰਹੀ ਹੈ ਔਰ ਸਾਡੇ ਵਾਸਤੇ ਐਜ਼ ਏ ਐਂਟੀਬਾਇਓਟਿਕ ਕੰਮ ਕਰ ਰਹੀ ਹੈ, ਇਹਨੂੰ ਲਓ। ਤੇ ਬਾਕੀ ਜਿਹੜੀ ਲਾਲ ਮਿਰਚ ਹੈ ਉਹਨੂੰ ਵੀ ਸਿਰਫ ਟੇਸਟ ਅਨੁਸਾਰ ਰੱਖੋ। ਕਈ ਲੋਕ ਮਿਰਚਾਂ ਦਾ ਇੰਨਾ ਉਹ ਸੀ ਕਰ ਰਹੇ ਹੁੰਦੇ ਨੇ ਤੇ ਨਾਲ ਖਾ ਰਹੇ ਹੁੰਦੇ ਨੇ, ਠੀਕ ਹੈ ਨਾ। ਤੇ ਜੇ ਆਪਾਂ ਮਸਾਲਿਆਂ ਦਾ ਨਾਰਮਲ ਇਸਤੇਮਾਲ ਕਰਾਂਗੇ ਤੇ ਉਹ ਸਾਡੇ ਨਾਲ ਮੈਡੀਸਨਲ ਕੰਮ ਕਰਨਗੇ। ਜੇ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪਾਵਾਂਗੇ ਤੇ ਉਹਦੇ ਨਾਲ ਸਾਡੀ ਪ੍ਰਕਿਰਤੀ ਜਿਹੜੀ ਕਹਿੰਦੇ ਉਹ ਤਾਮਸਿਕ ਹੋ ਜਾਂਦੀ ਹੈ। ਮਤਲਬ ਕਹਿੰਦਾ ਕਿ ਜਿਹੜੇ ਸਾਡੇ ਬਿਹੇਵੀਅਰ 'ਚ ਚੇਂਜਸ ਆਉਣ ਲੱਗ ਜਾਂਦੇ ਨੇ। ਸਾਨੂੰ ਗੁੱਸਾ ਜ਼ਿਆਦਾ ਆਏਗਾ, ਹਨਾ, ਇਰੀਟੇਟਿੰਗ ਬਿਹੇਵੀਅਰ ਰਹੇਗਾ, ਨੀਂਦ ਨਹੀਂ ਆਏਗੀ ਜੇ ਆਪਾਂ ਬਹੁਤ ਜ਼ਿਆਦਾ ਮਿਰਚਾਂ ਵਾਲਾ ਖਾਣਾ ਖਾਵਾਂਗੇ ਤੇ ਉਹ ਨਹੀਂ ਕਰਨਾ ਚਾਹੀਦਾ। ਜਿਹੜਾ ਸਾਡਾ ਭੋਜਨ ਹੈ ਉਹ ਬਹੁਤ ਜ਼ਿਆਦਾ ਸਾਤਵਿਕ ਹੋਣਾ ਚਾਹੀਦਾ। ਮਸਾਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਖਾਓਗੇ ਤੇ ਉਹ ਸਾਡੇ ਵਾਸਤੇ ਮੈਡੀਸਨਲ ਵਰਕ ਕਰੇ। ਤਾਂ ਹੀ ਕਹਿੰਦੇ ਕਿ ਸਾਦਾ ਖਾਣਾ ਚਾਹੀਦਾ, ਬੰਦੇ ਦਾ ਸ਼ਾਂਤ ਵੀ ਰਹਿੰਦਾ, ਮਤਲਬ ਇਹ ਸਾਤਵਿਕ ਹੋ ਜਾਂਦਾ ਨਾ। ਸਾਡੀ 3 ਤਰ੍ਹਾਂ ਦੀ ਪ੍ਰਕਿਰਤੀ ਹੁੰਦੀ ਹੈ, ਸਾਤਵਿਕ, ਰਾਜਸਿਕ ਤੇ ਤਾਮਸਿਕ। ਜਦੋਂ ਆਪਾਂ ਸਧਾਰਨ ਖਾਣਾ ਖਾਂਦੇ ਆ, ਬਿਲਕੁਲ ਆਪਣੀ ਬਾਡੀ ਦੇ ਹਿਸਾਬ ਦਾ ਖਾਣਾ ਖਾਂਦੇ ਆ ਤੇ ਆਪਾਂ ਸਾਤਵਿਕ ਹੈ, ਠੀਕ ਹੈ। ਜਦੋਂ ਆਪਾਂ ਐਕਸਟਰਾ ਖਾਈ ਜਾ ਰਹੇ ਹਾਂ, ਜਿਸ ਤਰ੍ਹਾਂ ਬਹੁਤ ਆਪਾਂ ਮਸਾਲਿਆਂ ਵਾਲਾ ਜਾਂ ਇਦਾਂ, ਤੇ ਸਾਡੀ ਪ੍ਰਕਿਰਤੀ ਵੀ ਤਾਮਸਿਕ ਹੋਣ ਲੱਗ ਜਾਂਦੀ ਹੈ। ਮਤਲਬ ਜਿਹਨੂੰ ਕਹਿੰਦੇ ਨੇ ਸ਼ੈਤਾਨੀ ਜਿਹਾ ਬਿਹੇਵੀਅਰ ਹੋ ਜਾਂਦਾ ਅੰਦਰੋਂ। ਮਤਲਬ ਖਾਣ ਦੇ ਲਈ ਜਿਉਨੇ ਆ ਕਿ ਜੀਉਣ ਦੇ ਲਈ ਖਾਂਦੇ ਆ। ਉਹ ਤੇ ਫਿਰ ਹੋ ਜਾਂਦਾ ਕਿ ਆਪਾਂ ਖਾਣ ਦੇ ਲਈ ਜਿਉਂਦੇ ਆ ਜੇ ਆਪਾਂ ਜ਼ਿਆਦਾ ਟੇਸਟ ਵਾਲੇ ਪਾਸੇ ਧਿਆਨ ਰੱਖਦੇ ਹਾਂ। ਖਾਣ ਦੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਪੀਣ ਦੀ ਵੀ ਗੱਲ ਕਰਾਂ। ਮੈਂ ਗੱਲ ਕਰ ਰਹੀ ਹਾਂ ਪਾਣੀ ਪੀਣ ਦੀ। ਚਾਹ ਪੀਣ ਦੀ ਤਾਂ ਆਪਾਂ ਗੱਲ ਕਰ ਚੁੱਕੇ ਹਾਂ। ਸਰਦੀਆਂ ਨੂੰ ਪਾਣੀ ਦੀ ਮਾਤਰਾ ਬੜੀ ਘਟ ਜਾਂਦੀ ਹੈ ਔਰ ਜਦੋਂ ਪਿਆਸ ਲੱਗਦੀ ਹੈ ਇੱਕਦਮ ਲੱਗਦੀ ਹੈ, ਫਿਰ ਇੱਕਦਮ ਠੰਡਾ ਠੰਡਾ ਪਾਣੀ ਪੀ ਲਈਦਾ ਆਪਾਂ। ਸਰਦੀਆਂ ਨੂੰ ਪਾਣੀ ਕੋਸਾ ਕਰਕੇ ਪੀਣਾ ਚਾਹੀਦਾ ਤੇ ਜਾਂ ਗਰਮ ਪੀਣਾ ਚਾਹੀਦਾ, ਤੇ ਪਾਣੀ ਦੀ ਮਾਤਰਾ ਜੇ ਸਰਦੀਆਂ ਨੂੰ ਘਟਦੀ ਹੈ ਉਸ ਦਾ ਬੈਲੈਂਸ ਕਿਵੇਂ ਰੱਖਿਆ ਜਾਵੇ? ਦੇਖੋ, ਪਾਣੀ ਤੇ ਆਪਾਂ ਨੂੰ ਹਰ ਮੌਸਮ 'ਚ ਜ਼ਰੂਰੀ ਹੈ। ਇਹਦਾ ਐਗਜ਼ਾਮਪਲ ਲੈ ਲਓ ਕਿ ਜੇ ਮਛਲੀ ਇੱਕ ਤਲਾਬ 'ਚ ਰਹਿੰਦੀ ਹੈ ਤੇ ਸਰਦੀਆਂ 'ਚ ਕੀ ਆਪਾਂ ਨੂੰ ਬਾਹਰ ਰੱਖ ਸਕਦੇ ਨਹੀਂ। 6 ਮਹੀਨੇ ਤੁਸੀਂ ਕਹੋ ਵੀ ਉਹਨੂੰ ਤਾਂ ਠੰਡ ਬਹੁਤ ਲੱਗਦੀ ਹੈ, ਉਹਨੂੰ ਹੁਣ ਗਰਮ ਪਾਣੀ ਦੇਣਾਗੇ, ਠੰਡਾ ਦੇਣਾਗੇ, ਕਿਹੜਾ ਦੇਣਾ? ਮਤਲਬ ਇਹ ਹੈ ਕਿ ਜਿਹੜਾ ਵੀ ਸਾਡੀ ਬਾਡੀ ਨੂੰ ਸੂਟ ਕਰਦਾ, ਉਹ ਲਿਊਕਵਾਰਮ ਵਾਟਰ ਹੈ, ਚਾਹੇ ਉਹ ਗਰਮ ਪਾਣੀ ਹੈ, ਚਾਹੇ ਉਹ ਨਾਰਮਲ ਵਾਟਰ ਹੈ, ਉਹਨੂੰ ਲਓ ਜ਼ਰੂਰ। ਉਹਨੂੰ 2.5 ਤੋਂ 3 ਲੀਟਰ ਰੱਖਣਾ ਹੀ ਰੱਖਣਾ ਹੈ, ਕਿਉਂਕਿ ਬਾਡੀ ਨੂੰ ਹਾਈਡਰੇਟ ਕਰਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹਦੇ 'ਚ ਸਾਡੀਆਂ ਸੈਲਸ ਡਿਪ ਰਹਿੰਦੀਆਂ ਨੇ। ਉਹਨੂੰ ਲੈਣ ਦਾ ਹੁਣ ਤਰੀਕਾ, ਸਰਦੀਆਂ 'ਚ ਆਪਾਂ ਮਾਰਨਿੰਗ ਉੱਠਦੇ ਪਾਣੀ ਲੈ ਲਈਏ ਜਾਂ ਆਪਣਾ ਟਾਈਮ ਰੱਖੀਏ ਕਿ ਅਸੀਂ 2-2 ਘੰਟੇ ਬਾਅਦ ਇੱਕ ਗਲਾਸ ਅਸੀਂ ਪਾਣੀ ਪੀਂਦੇ ਜਾਣਾ। ਜਿੱਥੇ ਸਾਡਾ ਵਰਕ ਹੈ, ਜ਼ਿਆਦਾਤਰ ਹੁੰਦਾ ਆਪਾਂ ਉੱਠਦੇ ਤੁਰਦੇ ਫਿਰਦੇ ਆਪਾਂ ਘੱਟ ਹੈ, ਜਾਂ ਆਪਣੇ ਬੈੱਡ ਦੇ ਕੋਲ ਪਾਣੀ ਰੱਖੋ ਔਰ ਇਹ ਰਹੋ ਕਿ ਮੈਂ ਦੁਪਹਿਰ ਤੱਕ ਇੱਕ ਜੱਗ ਖਤਮ ਕਰ ਦੇਣਾ ਪਾਣੀ, ਜਾਂ ਮੈਂ ਰਾਤ ਤੱਕ 2 ਬੋਟਲਸ ਪਾਣੀ ਦੀਆਂ ਖਤਮ ਕਰ ਦੇਣੀਆਂ। ਜਾਂ ਤੁਸੀਂ ਇਹਨੂੰ ਗ੍ਰੀਨ ਟੀ ਦੇ ਨਾਲ ਰਿਪਲੇਸ ਕਰ ਸਕਦੇ ਹੋ, ਹਨਾ। ਦੁੱਧ ਦੀ ਮਾਤਰਾ ਤੁਸੀਂ ਵਧਾ ਸਕਦੇ ਹੋ, ਕਿਸੇ ਵੀ ਰੂਪ 'ਚ ਲਿਕੁਇਡਸ ਤੁਹਾਡੇ ਅੰਦਰ ਜਾਣ ਤੇ ਉਹਦੇ ਨਾਲ ਤੁਸੀਂ ਆਪਣੀ ਜਿਹੜੀ ਇਹ ਮਾਤਰਾ ਤੁਸੀਂ ਵਧਾਓ। ਸਮਟਾਈਮ ਮਨ ਦੇ ਵਿੱਚ ਆਉਂਦਾ ਹੈ ਕਿ ਜੇ ਸਾਨੂੰ ਜਿਹੜੀਆਂ ਕੁਦਰਤੀ ਚੀਜ਼ਾਂ ਅਸੀਂ ਨਹੀਂ ਖਾਂਦੇ ਤਾਂ ਆਰਟੀਫਿਸ਼ੀਅਲ ਲੈ ਲਓ। ਜੇ ਆਪਾਂ ਪ੍ਰੋਟੀਨ ਦੀ ਗੱਲ ਕਰੀਏ, ਖਾਸ ਤੌਰ ਤੇ ਜਿਹੜੇ ਜਿਮ ਜਾਂਦੇ ਨੇ ਉਹ ਬੜਾ ਪ੍ਰੋਟੀਨ ਖਾਂਦੇ ਨੇ
ਨੈਚੁਰਲ ਪ੍ਰੋਟੀਨ ਤੇ ਇੱਕ ਆਰਟੀਫੀਸ਼ੀਅਲ ਪ੍ਰੋਟੀਨ, ਮੇਰੇ ਹਿਸਾਬ ਨਾਲ ਤਾਂ ਜ਼ਮੀਨ ਆਸਮਾਨ ਦਾ ਫਰਕ ਹੈ। ਬਹੁਤ ਜ਼ਿਆਦਾ ਫਰਕ ਹੈ। ਦੇਖੋ ਇਹਨੂੰ ਮੈਂ ਥੋੜਾ ਜਿਹਾ ਇਲੈਬੋਰੇਟ ਕਰਕੇ ਸਮਝਾਉਣਾ ਚਾਹਾਂਗੀ ਜੀ ਕਿ ਨੋ ਡਾਊਟ ਜਿਹੜੇ ਲੋਕ ਜਿਮ ਜਾਂਦੇ ਨੇ ਉਹਨਾਂ ਨੂੰ ਪ੍ਰੋਟੀਨ ਦੀ ਜ਼ਿਆਦਾ ਜ਼ਰੂਰਤ ਹੈ ਜੀ ਕਿਉਂਕਿ ਉੱਥੇ ਜਦੋਂ ਵਰਕਆਊਟ ਕਰਦੇ ਨੇ ਉਹਨਾਂ ਦੀ ਥੋੜੀ ਮਸਲ ਟੀਅਰ ਵੀ ਹੁੰਦੀ ਹੈ ਜੀ ਤੇ ਮਸਲਸ ਨੂੰ ਦੁਬਾਰਾ ਰਿਪੇਅਰ ਕਰਨ ਦੇ ਲਈ ਉਹਨਾਂ ਨੂੰ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਜੀ ਤੇ ਇਮੀਡੀਏਟ ਜ਼ਿਆਦਾਤਰ ਕੀ ਹੁੰਦਾ ਕਿ ਸਾਡਾ ਜਿਹੜਾ ਫੋਕਸ ਹੁੰਦਾ ਕਿ ਆਪਾਂ ਪ੍ਰੋਟੀਨ ਪਾਊਡਰ ਲੈ ਲਈਏ। ਜੀ ਪਹਿਲੀ ਗੱਲ ਤੇ ਗੱਲ ਸਾਨੂੰ ਉਹ ਕਰਨੀ ਚਾਹੀਦੀ ਜਿਹੜੀ ਆਪਾਂ ਸਾਰੀ ਉਮਰ ਕਰ ਸਕਦੇ ਹਾਂ। ਅੱਜ ਅਸੀਂ ਜੇ 1 ਮਹੀਨਾ ਪ੍ਰੋਟੀਨ ਪਾਊਡਰ ਲੈ ਲਿਆ ਤੇ ਕਿਆ ਸਾਨੂੰ 1 ਮਹੀਨਾ ਪ੍ਰੋਟੀਨ ਪਾਊਡਰ ਦੀ ਲੋੜ ਹੈ? ਉਸ ਤੋਂ ਬਾਅਦ ਹੈ ਨਹੀਂ। ਫਿਰ ਉਹ ਬਾਡੀ ਐਡਵਰਸ ਇਫੈਕਟ ਦੇਣ ਲੱਗਦੀ ਹੈ ਤੇ ਇਹਨੂੰ ਸਮਝਣ ਦੇ ਲਈ ਪ੍ਰੋਟੀਨ ਪਾਊਡਰ ਲੈਣਾ ਗਲਤ ਨਹੀਂ ਹੈ ਜੀ ਲੇਕਿਨ ਇਸ ਤਰ੍ਹਾਂ ਹੁਣ ਆਪਾਂ ਸਮਝੀਏ ਕਿ ਜੇ ਕੋਈ ਬੰਦਾ ਜਿਮ ਕਰ ਰਿਹਾ ਔਰ ਉਹ ਨਾਨ ਵੈਜੀਟੇਰੀਅਨ ਹੈ ਤੇ ਮੈਂ ਸਮਝਦੀ ਹਾਂ ਕਿ ਉਹਨੂੰ ਬਹੁਤ ਜ਼ਿਆਦਾ ਪ੍ਰੋਟੀਨ ਪਾਊਡਰਸ ਦੀ ਲੋੜ ਨਹੀਂ ਹੈ ਕਿਉਂਕਿ ਇਹ ਨਾਨ ਵੈਜ ਦੇ ਜ਼ਰੀਏ ਆਪਣੇ ਪ੍ਰੋਟੀਨ ਨੂੰ ਬਹੁਤ ਅੱਛੀ ਤਰ੍ਹਾਂ ਕੰਪਲੀਟ ਕਰ ਸਕਦਾ ਹੈ। ਉਹਦੇ ਵਿੱਚ ਕੋਈ ਵੀ ਮੀਟ ਹੋ ਗਿਆ ਜਾਂ ਚਿਕਨ ਹੋ ਗਿਆ ਜਾਂ ਉਹਦੇ 'ਚ ਐਗ ਲੈ ਲਿਆ, ਚਿਕਨ ਸੂਪ ਲੈ ਲਿਆ ਔਰ ਨਾਰਮਲ ਘਰ ਦੀਆਂ ਦਾਲਾਂ ਦੇ ਨਾਲ, ਇਹਨਾਂ ਸਭ ਚੀਜ਼ਾਂ ਦੇ ਨਾਲ, ਆਪਣੇ ਪਨੀਰ ਹੋ ਗਿਆ, ਇਹਨਾਂ ਚੀਜ਼ਾਂ ਦੇ ਨਾਲ ਆਪਣੇ ਪ੍ਰੋਟੀਨ ਦੀ ਰਿਕੁਆਇਰਮੈਂਟ ਨੂੰ ਕੰਪਲੀਟ ਕਰ ਸਕਦਾ ਹੈ। ਔਰ ਇਹ ਸਮਝਣਾ ਚਾਹੀਦਾ ਹੈ ਕਿ ਤੁਹਾਡਾ ਕਿੰਨਾ ਵਰਕਆਊਟ ਹੈ ਔਰ ਇਹਨੂੰ ਮੇਨਟੇਨ ਕਰਨ ਦੇ ਲਈ ਤੁਹਾਨੂੰ ਕਿੰਨਾ ਪ੍ਰੋਟੀਨ ਚਾਹੀਦਾ। ਪਹਿਲੇ ਤਾਂ ਰੈਂਡਮ ਨਹੀਂ ਆਪਾਂ ਨੂੰ ਤੁਰਨਾ ਚਾਹੀਦਾ, ਨਹੀਂ ਤੇ ਜਦੋਂ ਆਪਾਂ ਓਵਰ ਪ੍ਰੋਟੀਨ ਕਰਦੇ ਹਾਂ ਤੇ ਉਹਦਾ ਸਾਰਾ ਅਸਰ ਜਾ ਕੇ ਕਿਡਨੀਆਂ ਤੇ ਪੈਂਦਾ ਔਰ ਆਉਣ ਵਾਲੇ ਟਾਈਮ 'ਚ ਬਾਡੀ ਦੇ ਆਰਗਨਸ ਦੇ ਉੱਤੇ ਖਰਾਬੀ ਹੁੰਦੀ ਹੈ। ਪ੍ਰੋਟੀਨ ਲੈਣਾ ਗਲਤ ਨਹੀਂ ਹੈ, ਕਿਆ ਅਸੀਂ ਉਹਨਾਂ ਪ੍ਰੋਟੀਨ ਯੂਜ਼ ਕਰ ਰਹੇ। ਸੈਕੰਡਲੀ ਜਿਹੜੇ ਵੈਜੀਟੇਰੀਅਨ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਹਦੀ ਜੇ ਉਹ ਬਹੁਤ ਜ਼ਿਆਦਾ ਜਿਮ ਕਰ ਰਹੇ ਨੇ ਤੇ ਯੂਜ਼ ਕਰਨ ਦੀ ਲੋੜ ਪੈ ਸਕਦੀ ਹੈ। ਕਾਰਨ ਇਹ ਕਿ ਪਹਿਲੇ ਤੇ ਉਹ ਆਪਣਾ ਜਿਹੜਾ ਪ੍ਰੋਟੀਨ ਹੈ ਮੇਨਟੇਨ ਕਰਨ, ਸਾਰੀਆਂ ਦਾਲਾਂ ਜਰੇ, ਨਟਸ ਲੈਣ, ਕਿਨੋਆ ਸੀਡਸ ਆਉਂਦੇ ਨੇ ਉਹ ਕਾਫੀ ਪ੍ਰੋਟੀਨੀਸ਼ੀਅਸ ਨੇ, ਉਹਨੂੰ ਲੈਣ, ਪਨੀਰ ਹੈ, ਸੋਇਆ ਚੰਕਸ ਨੇ ਉਹਨਾਂ ਨੂੰ ਲੈ ਸਕਦੇ ਨੇ, ਅਮਰਾਂਤਨ ਸੀਡਸ ਆਉਂਦੇ ਨੇ ਇਹਨਾਂ ਨੂੰ ਲੈਣ। ਬਹੁਤ ਅੱਛੀ ਸਾਡੇ ਡਾਈਟ ਦੇ ਵਿੱਚ, ਸਾਡੇ ਆਹਾਰ ਦੇ ਵਿੱਚ ਬਹੁਤ ਐਸੀ ਪ੍ਰੋਟੀਨ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਸਕਦੇ ਨੇ। ਫਿਰ ਵੀ ਜੇ ਉਹ ਪ੍ਰੋਟੀਨ ਲੈ ਸਕਦੇ ਨੇ ਤੇ ਬਿਲਕੁਲ ਉਹ ਕੈਲਕੂਲੇਟ ਕਰਵਾਉਣ ਕਿਉਂਕਿ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਨੂੰ 1 ਗ੍ਰਾਮ ਪਰ ਬਾਡੀ ਦੇ ਹਿਸਾਬ ਨਾਲ ਪ੍ਰੋਟੀਨ ਚਾਹੀਦਾ ਹੁੰਦਾ ਟੋਟਲ ਦਿਨ ਦੇ ਵਿੱਚ। ਮੰਨ ਲਓ ਕਿਸੇ ਦਾ weight 70 ਕਿਲੋ ਹੈ, ਠੀਕ ਹੈ ਨਾ, ਤੇ ਉਹਨੂੰ 70 ਗ੍ਰਾਮ ਪ੍ਰੋਟੀਨ ਚਾਹੀਦਾ ਜੀ, ਠੀਕ ਹੈ ਨਾ। ਔਰ ਪਹਿਲੇ ਇਹ ਦੇਖੋ ਕਿ ਤੁਸੀਂ ਆਪਣੀ ਨੈਚੁਰਲ ਡਾਈਟ 'ਚੋਂ ਕਿੰਨਾ ਪ੍ਰੋਟੀਨ ਕੰਪਲੀਟ ਕਰ ਪਾ ਰਹੇ ਹੋ। ਮੰਨ ਲਓ ਤੁਸੀਂ 40-50 ਕਰ ਲਿਆ, ਤੁਹਾਨੂੰ 20 ਚਾਹੀਦਾ, ਫਿਰ ਤੁਸੀਂ ਪ੍ਰੋਟੀਨ ਪਾਊਡਰ ਲਓ। ਉਹ ਵੀ ਤੁਸੀਂ ਦੇਖੋ ਕਿ ਵੇ ਪ੍ਰੋਟੀਨ ਲੈ ਰਹੇ ਹੋ, ਕਿਹੜਾ ਲੈ ਰਹੇ ਹੋ। ਔਰ ਇਹਦੇ ਲਈ ਸਭ ਤੋਂ ਅੱਛਾ ਪ੍ਰੋਟੀਨ ਹੁੰਦਾ ਆਈਸੋਲੇਟ ਜੀ। ਉਹਦੇ 'ਚ ਹੁੰਦਾ ਹੈ ਕਿ ਤੁਹਾਨੂੰ ਟੋਟਲੀ ਪ੍ਰੋਟੀਨ ਮਿਲ ਰਿਹਾ, ਉਹ 'ਚ ਫੈਟ ਵੀ ਨਹੀਂ ਹੈ, ਠੀਕ ਹੈ ਨਾ, ਔਰ ਉਹਦੇ 'ਚ ਸ਼ੂਗਰ ਦੀ ਮਾਤਰਾ ਵੀ ਨਹੀਂ ਜੀ। ਤੇ ਤੁਸੀਂ ਆਈਸੋਲੇਟ ਪ੍ਰੋਟੀਨਸ ਲੈ ਸਕਦੇ ਹੋ। ਕਹਿਣ ਦਾ ਮਤਲਬ ਹੈ ਕਿ ਵੈਜੀਟੇਰੀਅਨਸ ਕਿਸੇ ਹੱਦ ਤੱਕ ਲੈ ਸਕਦੇ ਨੇ ਲੇਕਿਨ ਜਿਹੜੇ ਨਾਨ ਵੈਜੀਟੇਰੀਅਨ ਨੇ ਉਹ ਨਾਨ ਵੈਜ ਜ਼ਰੀਏ ਨੂੰ ਕੰਪਲੀਟ ਕਰ ਸਕਦੇ ਜੀ। ਠੰਡੇ ਮੁਲਕਾਂ ਦੇ ਵਿੱਚ ਕਿਹੜੀਆਂ ਉਹ ਦਾਲ ਸਬਜ਼ੀਆਂ ਹੋਣੀਆਂ ਚਾਹੀਦੀਆਂ ਜੋ ਆਪਾਂ ਸਰਦੀਆਂ ਨੂੰ ਆਪਣੀ ਯੂਜ਼ ਦੇ ਵਿੱਚ ਲੈ ਕੇ ਆ ਸਕੀਏ? ਫਰੂਟਸ ਦੀ ਵੀ ਜੇ ਗੱਲ ਕਰੀਏ, ਦੇਖੋ ਪਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਕੋਈ ਮੌਸਮ ਹੁੰਦਾ ਨਾ ਉੱਥੋਂ ਦੀ ਕੋਈ ਸੀਜ਼ਨਲ ਵੈਜੀਟੇਬਲ ਹੁੰਦੀ ਹੈ। ਜਿੱਦਾਂ ਮੰਨ ਲਓ ਜੇ ਸਰਦੀਆਂ ਜੀ ਤੇ ਉਹਦੀ ਸੀਜ਼ਨਲ ਵੈਜੀਟੇਬਲ ਕਿਹੜੀ ਹੈ? ਪਾਲਕ, ਮੇਥੀ, ਸਾਗ, ਮੂਲੀ, ਸ਼ਲਗਮ, ਗਾਜਰ, ਇਹੀ ਸਬਜ਼ੀਆਂ ਜਿਹੜੀਆਂ ਆਪਾਂ ਸੀਜ਼ਨ ਵਾਈਜ਼ ਯੂਜ਼ ਕਰ ਸਕਦੇ ਜੀ। ਤੇ ਉਹਦਾ ਸਾਨੂੰ ਭਰਪੂਰ ਫਾਇਦਾ ਲੈਣਾ ਚਾਹੀਦਾ ਕਿਉਂਕਿ ਉਸ ਵੇਲੇ ਜਿਹੜੀ ਮੌਸਮ ਦੇ ਹਿਸਾਬ ਨਾਲ ਤੇ ਲੋਕਲ ਬਣੀ ਜਿਹੜੀ ਵੀ ਸਬਜ਼ੀ ਹੈ, ਠੀਕ ਹੈ ਨਾ, ਉਹਦਾ ਉਸ ਵੇਲੇ ਨਿਊਟ੍ਰੀਸ਼ਨਲ ਵੈਲਿਊ ਬਹੁਤ ਅੱਛੀ ਹੁੰਦੀ ਹੈ ਤੇ ਉਹਦੇ ਨਾਲ ਸਾਨੂੰ ਕਾਫੀ ਅੱਛੀ ਤਾਕਤ ਮਿਲਦੀ ਹੈ। ਤੇ ਅਸੀਂ ਫੋਕਸ ਕਰੀਏ ਕਿ ਜਿਹੜੀ ਸਬਜ਼ੀ ਸਾਨੂੰ ਬਹੁਤ ਈਜ਼ੀਲੀ ਸਾਹਮਣੇ ਮਿਲ ਰਹੀ ਹੈ ਉਸ ਸੀਜ਼ਨ ਦੀ, ਆਪਾਂ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਉਸ ਸੀਜ਼ਨ 'ਚ ਆਪਾਂ ਯੂਜ਼ ਕਰੀਏ। ਸੇਮ ਚੀਜ਼ ਇਹੀ ਫਰੂਟ ਤੇ ਦਾਲਾਂ ਤੇ ਵੀ ਲੱਗਦੀ ਹੈ। ਬਿਲਕੁਲ ਇਹੀ ਫਰੂਟ ਤੇ ਲੱਗਦੀ ਹੈ, ਇਹੀ ਦਾਲਾਂ ਤੇ ਲੱਗਦੀ ਹੈ। ਸਰਦੀਆਂ ਦੇ ਮੌਸਮ 'ਚ ਮੂੰਗ ਦੀ ਦਾਲ ਹੋ ਗਈ, ਇੱਕ ਕੁਲਟ ਦੀ ਦਾਲ ਕਹਿੰਦੇ ਨੇ ਜਿਹਨੂੰ ਆਪਾਂ ਮਸੂਰ ਦੀ ਦਾਲ ਕਹਿੰਦੇ ਆ, ਕਿ ਉਹ ਬਹੁਤ ਵਧੀਆ ਇਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਮਤਲਬ ਨਟਸ਼ੈਲ ਇਹ ਹੈ ਕਿ ਸੀਜ਼ਨਲ ਤੇ ਲੋਕਲ ਉਹਨਾਂ ਨੂੰ ਇਸਤੇਮਾਲ ਜੀ। ਇਹ ਸੀਜ਼ਨਲ ਤੇ ਲੋਕਲ ਦੀ ਗੱਲ ਹੋ ਰਹੀ ਹੈ। ਸਾਨੂੰ ਕਈ ਵਾਰੀ ਮਾਰਕੀਟ ਦੇ ਵਿੱਚ ਸਟicker ਲੱਗੇ ਹੋਏ ਐਪਲ ਬੜਾ ਅਟਰੈਕਟ ਕਰਦੇ ਨੇ, ਸਟicker ਲੱਗੇ ਹੋਏ ਫਰੂਟਸ ਬੜਾ ਅਟਰੈਕਟ ਕਰਦੇ ਨੇ ਔਰ ਕਈ ਜਾਣੇ ਤਾਂ ਚਾਚ ਹੀ ਲੈ ਲੈਂਦੇ ਨੇ ਤੇ ਸਟicker ਲੱਗਾ ਆ। ਕਿ ਸਟicker ਲੱਗੀਆਂ ਚੀਜ਼ਾਂ ਸਹੀ ਆ ਜਾਂ ਬਿਨਾਂ ਸਟicker ਵਾਲੀਆਂ? ਦੇਖੋ ਸਟicker ਲੱਗਿਆ ਤੇ ਸਟicker ਤੇ ਲੋਕਲ ਤੇ ਵੀ ਲੱਗਿਆ ਹੋ ਸਕਦਾ ਤੇ ਸਟੋਰਡ ਚੀਜ਼ਾਂ ਤੇ ਵੀ ਲੱਗੀਆਂ ਹੋ ਸਕਦੀਆਂ। ਇਹਦਾ ਐਗਜ਼ਾਮਪਲ ਫਿਰ ਇਹ ਹੈ ਕਿ ਤੁਸੀਂ ਖੁਦ ਇਹਨੂੰ ਜੱਜ ਕਰੋ ਕਿ ਕਿਹੜੀ ਉਪਜ ਸਾਡੇ ਕੰਟਰੀ ਦੇ ਜਾਂ ਸਾਡੇ ਸ਼ਹਿਰ ਦੇ ਬਿਲਕੁਲ ਆਸ-ਪਾਸ ਤੋਂ ਆਈ ਹੈ, ਬਹੁਤ ਜ਼ਿਆਦਾ ਟਰਾਂਸਪੋਰਟ ਹੋ ਕੇ ਨਹੀਂ ਆਈ। ਕਿਉਂਕਿ ਜਦੋਂ ਕੋਈ ਚੀਜ਼ ਟਰਾਂਸਪੋਰਟ ਹੁੰਦੀ ਹੈ ਉਨੀ ਪੁਰਾਣੀ ਹੁੰਦੀ ਹੈ ਤੇ ਉਨੀ ਉਹਦੀ ਨਿਊਟ੍ਰੀਸ਼ਨਲ ਵੈਲਿਊ ਜਦੋਂ ਘਟਦੀ ਹੈ ਤੇ ਤੁਸੀਂ ਇਹਨੂੰ ਜ਼ਰੂਰ ਚੂਜ਼ ਕਰਨਾ ਹੈ ਕਿ ਤੁਹਾਡੀ ਜਿਹੜਾ ਐਪਲ ਵੀ ਹੈ ਤੁਹਾਡਾ ਕਿਹੜਾ ਨੀਅਰ ਬਾਏ ਤੋਂ ਆਇਆ, ਉਹ ਤੁਸੀਂ ਲੈ ਸਕਦੇ ਹੋ, ਭਾਵੇਂ ਦੇਸੀ ਤੇ ਵੀ ਸਟicker ਕਿਉਂ ਨਾ ਲਾਇਆ ਹੋਵੇ ਜੀ। ਤੇ ਭਾਰੀ ਖਾਣੇ ਨੂੰ ਪਚਾਉਣ ਦੇ ਲਈ ਕੀ ਕਰਨਾ ਚਾਹੀਦਾ ਹੈ? ਕਿਉਂਕਿ ਸਿਆਲ ਨੇ ਤੇ ਪੰਜਾਬੀਆਂ ਫਿਰ ਪਿੰਨੀਆਂ, ਖੋਆ, ਅਲਸੀ ਦੀਆਂ ਪਿੰਨੀਆਂ, ਬਹੁਤ ਸਾਰਾ ਭਾਰਾ ਫੂਡ ਸਾਡੇ ਅੰਦਰ ਜਾ ਰਿਹਾ ਹੈ ਤੇ ਜਦੋਂ ਉਸਨੂੰ ਪਚਾਉਣਾ ਹੈ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ।
ਹਾਂ ਦੇਖੋ, ਇਹਨੂੰ ਪਹੁੰਚਾਉਣ ਲਈ ਸਭ ਤੋਂ ਪਹਿਲੇ ਤਾਂ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਜੀ, ਸੈਰ ਬਹੁਤ ਜ਼ਰੂਰੀ ਹੈ, ਠੀਕ ਹੈ ਨਾ। ਔਰ ਉਸ ਤੋਂ ਬਾਅਦ ਗਰਮ ਪਾਣੀ ਦਾ ਇਸਤੇਮਾਲ ਕਰੋ, ਠੀਕ ਹੈ ਨਾ। ਔਰ ਭਾਰੀਆਂ ਚੀਜ਼ਾਂ ਵਾਸਤੇ ਮੈਂ ਕਹੂੰਗੀ ਕਿ ਸਰਦੀਆਂ ਕਿਤੇ ਨਹੀਂ ਇਹ ਕਹਿੰਦੀ ਹੈ ਕਿ ਤੁਸੀਂ ਸਾਰਾ ਕੁਝ ਖਾਓ ਤੇ ਉਹਦੇ ਨਾਲ ਭਾਰੀ ਖਾਣਾ ਵੀ ਖਾਓ। ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਜੇ ਤੁਸੀਂ ਭਾਰੀ ਖਾਣਾ ਖਾਣਾ ਹੈ ਤੇ ਆਪਣੇ ਮੀਲ ਦੇ ਨਾਲ ਉਹਨੂੰ ਤੁਸੀਂ ਰਿਪਲੇਸ ਜ਼ਰੂਰ ਕਰੋ। ਓਕੇ, ਕਿ ਜੇ ਹੁਣ ਤੁਸੀਂ 2 ਪਿੰਨੀਆਂ ਖਾਣਾ ਚਾਹੁੰਦੇ ਹੋ ਤੇ ਤੁਸੀਂ ਦੁਪਹਿਰ ਦਾ ਖਾਣਾ ਛੱਡ ਦਿਓ, ਕਿਉਂਕਿ ਜੇ ਤੁਸੀਂ 300 ਕੈਲਰੀ ਦਾ ਆਪਣਾ ਮੀਲ ਲੈਣਾ ਔਰ 300 ਕੈਲਰੀ ਦੀ ਤੁਹਾਡੀ 2 ਪਿੰਨੀਆਂ ਹੈ ਤੇ ਤੁਸੀਂ ਪਿੰਨੀਆਂ ਇੰਜੋਏ ਕਰ ਲਓ। ਠੀਕ ਹੈ, ਠੀਕ ਹੈ। ਤੇ ਜਿੱਦਾਂ ਹੁਣ ਸਰਦੀਆਂ ਦੇ ਦਿਨ ਹੁੰਦੇ ਆ ਨਾ, ਸਾਨੂੰ ਸਾਹ ਬੜਾ ਚੜਦਾ ਹੈ। ਕੀ ਜ਼ਿਆਦਾ ਸਾਹ ਚੜਨਾ ਸਾਡੀ ਇਮਿਊਨਿਟੀ ਵੀਕ ਕਰਕੇ ਚੜਦਾ ਹੈ, ਜਾਂ ਫਿਰ ਅਸੀਂ ਐਕਸਰਸਾਈਜ਼ ਨਹੀਂ ਪ੍ਰੋਪਰ ਕਰਦੇ, ਸਾਡੀ ਬੋਡੀ ਨੂੰ ਹੈਬਿਟ ਹੀ ਨਹੀਂ ਹੈ, ਸਾਡਾ ਸਟੈਮਿਨਾ ਹੀ ਨਹੀਂ ਹੈ, ਤੇ ਜਾਂ ਫਿਰ ਸਾਡੇ ਖਾਣੇ 'ਚ ਕੋਈ ਦਿੱਕਤ ਹੈ ਜਿਹੜਾ ਸਾਨੂੰ ਸਾਹ ਬਹੁਤ ਚੜਦਾ ਹੈ? ਤਿੰਨੋਂ ਚੀਜ਼ਾਂ ਹੋ ਸਕਦੀਆਂ। ਉਹ ਮਤਲਬ ਮੈਂ ਡਾਕਟਰ ਬਣ ਗਈ। ਹਾਂ, ਤੁਸੀਂ ਕਹਿ ਸਕਦੇ ਹੋ ਤਿੰਨੋਂ ਚੀਜ਼ਾਂ ਹੋ ਸਕਦੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡੀ ਇਮਿਊਨਿਟੀ ਘੱਟ ਹੋ ਸਕਦੀ ਹੈ, ਉਹਦੇ ਨਾਲ ਵੀ ਸਾਹ ਚੜਦਾ। ਦੂਜਾ ਹੈ ਕਿ ਸਾਡੇ ਖਾਣ ਪੀਣ ਦਾ ਤਰੀਕਾ ਗਲਤ ਹੈ, ਜਾਂ ਅਸੀਂ ਇਮੀਡੀਏਟ, ਕਿਉਂਕਿ ਬਾਡੀ ਤਾਂ ਸਾਡੀ ਨਹੀਂ ਨਾ ਬਦਲੀ ਜੀ, ਇਮੀਡੀਏਟ ਆਪਾਂ ਜ਼ਿਆਦਾ ਖਾਣਾ ਸ਼ੁਰੂ ਕਰਤਾ। ਜਿਸ ਤਰ੍ਹਾਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਕਿ ਤੁਸੀਂ ਖਾਣਾ ਵੀ ਖਾ ਰਹੇ ਹੋ, ਉਸ ਤੋਂ ਬਾਅਦ 2 ਪਿੰਨੀਆਂ ਵੀ ਖਾ ਰਹੇ ਹੋ, ਪੇਟ ਤੇ ਉਨਾ ਹੀ ਹੈ ਨਾ, ਉਹ ਪਚਾਏਗਾ ਕਿਸ ਤਰ੍ਹਾਂ? ਠੀਕ ਹੈ ਨਾ। ਤੇ ਉਹਦੇ ਕਰਕੇ ਵੀ ਸਾਹ ਚੜਦਾ ਹੈ। ਜਦੋਂ ਸਾਡੇ ਪੇਟ 'ਚ ਜਗ੍ਹਾ ਹੁੰਦੀ ਹੈ ਪਾਣੀ ਦੀ, ਖਾਣੇ ਦੀ ਤੇ ਹਵਾ ਦੀ, ਉਸ ਤੋਂ ਬਾਅਦ ਵੀ ਕਹਿੰਦੇ ਥੋੜਾ ਜਿਹਾ ਪੋਰਸ਼ਨ ਖਾਲੀ ਛੱਡਣਾ ਚਾਹੀਦਾ। ਤੇ ਅਸੀਂ ਸਰਦੀਆਂ 'ਚ ਕੀ ਕਰਦੇ ਹਾਂ, ਹਵਾ ਜੋਗਾ ਤੇ ਆਪਾਂ ਛੱਡਦੇ ਹੀ ਨਹੀਂ ਨਾ, ਤੇ ਉਹ ਖਾਣਾ ਅੰਦਰ ਜਦੋਂ ਡਾਈਜੈਸ਼ਨ ਹੁੰਦਾ ਉਹਨੂੰ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਅੰਦਰ, ਤੇ ਫਿਰ ਆਪਾਂ ਨੂੰ ਸਾਹ ਚੜਦਾ, ਇਦਾਂ ਲੱਗਦਾ ਕਿ ਉੱਪਰ ਨੂੰ ਆ ਰਿਹਾ। ਤੇ ਤੀਸਰਾ ਹੋ ਰਿਹਾ ਕਿ ਆਪਣਾ ਵਰਕ ਸਟਾਈਲ ਵੀ ਕਾਫੀ ਸੈਡੈਂਟਰੀ ਹੋ ਜਾਂਦਾ ਹੈ, ਕਿ ਆਪਾਂ ਸੈਰ ਨਹੀਂ ਕਰਦੇ ਜਾਂ ਆਪਾਂ ਕੋਈ ਐਕਸਰਸਾਈਜ਼ ਕਰ ਰਹੇ ਉਹਨਾਂ ਨੇ ਵੀ ਛੱਡੀ ਹੁੰਦੀ ਹੈ। ਤੇ ਤਿੰਨੋਂ ਚੀਜ਼ਾਂ ਤੇ ਜ਼ਰੂਰ ਫੋਕਸ ਕਰਨਾ ਚਾਹੀਦਾ। ਜੇ ਤੁਹਾਡੀ ਇਮਿਊਨਿਟੀ ਘੱਟ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ ਕੋਈ ਨਾ ਕੋਈ ਵਧੀਆ ਉਪਚਾਰ ਜ਼ਰੂਰ ਕਰਨਾ ਚਾਹੀਦਾ ਹੈ। ਔਰ ਖਾਣ ਪੀਣ ਨੂੰ ਆਪਾਂ ਬਿਲਕੁਲ ਦੇਖ ਕੇ ਲੈਣਾ ਚਾਹੀਦਾ ਹੈ ਕਿ ਸਾਨੂੰ ਕਿੰਨੇ ਖਾਣੇ ਦੀ ਲੋੜ ਹੈ ਤੇ ਅਸੀਂ ਓਨਾ ਹੀ ਲੈਣਾ। ਤੇ ਦੂਸਰਾ ਵਰਕ ਸਟਾਈਲ ਆਪਾਂ ਨੂੰ, ਆਪਣੀ ਜਿਹੜਾ ਵਰਕਆਊਟ ਆ ਆਪਾਂ ਨੂੰ ਕਿਸੇ ਵੀ ਮੌਸਮ 'ਚ ਨਹੀਂ ਛੱਡਣਾ ਚਾਹੀਦਾ। ਜੀ, ਕਿੰਨੇ ਖਾਣੇ ਦੀ ਲੋੜ ਹੈ ਤੇ ਕਿਹੜੇ ਖਾਣੇ ਦੀ ਲੋੜ ਹੈ? ਕਿਹੜੇ ਤੋਂ ਮੇਰਾ ਭਾਵ ਹੈ ਕਿ ਉਹ ਖਾਣਾ ਜੋ ਅਸੀਂ ਲਾਲਚ ਦੇ ਵਿੱਚ ਆ ਕੇ ਕਿਤੇੋਂ ਵੀ ਖਾ ਲੈਂਦੇ ਆ ਤੇ ਭੁੱਲ ਜਾਂਦੇ ਆ ਇਸ ਦੇ ਵਿੱਚ ਮਿਲਾਵਟ ਹੈ। ਮਿਲਾਵਟੀ ਖਾਣੇ ਦੀ ਕੋਈ ਪਹਿਚਾਣ ਦਾ ਤਰੀਕਾ ਹੋ ਸਕੇ, ਤੇ ਜਾਂ ਫਿਰ ਕੋਈ ਇਦਾਂ ਦੇ ਤੁਹਾਡੇ ਵਰਡਸ ਜਿਹੜੇ ਸਾਨੂੰ ਇਨਸਪਾਇਰ ਕਰ ਦੇਣ ਕਿ ਅੱਜ ਤੋਂ ਬਾਅਦ ਅਸੀਂ ਬਾਹਰਲਾ ਖਾਣਾ ਨਹੀਂ ਖਾਣਾ ਜੇ ਉਹਦੇ 'ਚ ਮਿਲਾਵਟ ਹੈ ਤਾਂ? ਦੇਖੋ, ਅੱਜ ਕੱਲ੍ਹ ਦੇ ਟਾਈਮ 'ਚ ਜੇ ਤੁਸੀਂ ਸਵਸਥ ਰਹਿਣਾ ਚਾਹੁੰਦੇ ਹੋ, ਆਉਣ ਵਾਲੀ ਪੈਂਡੈਮਿਕਸ ਤੋਂ ਬਚਣਾ ਚਾਹੁੰਦੇ ਹੋ, ਤੇ ਲੋਕਲ, ਸੀਜ਼ਨਲ, ਘਰ ਦਾ ਬਣਿਆ ਸਾਫ ਸੁਥਰਾ ਖਾਣਾ ਆਪਣੀ ਬਾਡੀ ਦੇ ਹਿਸਾਬ ਨਾਲ, ਏਜ ਦੇ ਹਿਸਾਬ ਨਾਲ, ਆਪਣੇ ਵਰਕ ਸ਼ਡਿਊਲ ਦੇ ਹਿਸਾਬ ਨਾਲ ਖਾਓ। ਬਾਹਰ ਦਾ ਆਪਾਂ ਜਿੰਨਾ ਵੀ ਖਾਣਾ ਖਾਂਦੇ ਆ, ਖਾਣਾ ਗਲਤ ਨਹੀਂ ਹੈ, ਲੇਕਿਨ ਆਪਾਂ ਉੱਪਰਲੀ ਚੀਜ਼ਾਂ ਹੀ ਦੇਖਦੇ ਆ ਜਿਹੜੀ ਸਾਨੂੰ ਸਾਹਮਣੇ ਸ਼ੋਅ ਕਰਕੇ ਦੱਸੀਆਂ ਜਾਂਦੀ ਹੈ। ਕਿ ਆਪਾਂ ਇਹ ਕਦੀ ਦੇਖਦੇ ਹਾਂ ਕਿ ਉਹ ਖਾਣਾ ਕਿੱਥੇ ਬਣ ਰਿਹਾ, ਕਿਹੜੇ ਹੱਥਾਂ ਨਾਲ ਬਣ ਰਿਹਾ, ਕਿਹੜਾ ਵਿੱਚ ਪਾਣੀ ਜਾ ਰਿਹਾ ਹੈ, ਕੀ ਇਸਤੇਮਾਲ ਹੋ ਰਿਹਾ ਹੈ, ਕਿੰਨਾ ਕੁ ਕੰਟੈਮੀਨੇਟਿਡ ਆ ਪਿੱਛੋਂ, ਠੀਕ ਹੈ ਨਾ। ਔਰ ਆਪਾਂ ਨੂੰ ਨੀਡ ਕਿੰਨੀ ਕੁ ਹੈ ਉਹਦੀ, ਹਨਾ। ਕਦੀ ਆਪਾਂ ਮਹੀਨੇ 'ਚ ਇੱਕ ਅੱਧੀ ਵਾਰੀ ਲੈ ਲਿਆ ਤੇ ਚੱਲਦਾ ਹੈ, ਲੇਕਿਨ ਇਹ ਡੈਫੀਨੇਟਲੀ ਹੈ ਕਿ ਜੇ ਆਪਾਂ ਘਰ ਤੋਂ ਨਿਕਲ ਕੇ ਸਿਰਫ ਆਪਾਂ ਬਾਹਰ ਦਾ ਖਾਣਾ ਲਗਾਤਾਰ ਖਾ ਰਹੇ ਹਾਂ, ਜਿੱਦਾਂ ਮੈਂ ਦੱਸਿਆ ਟਰਾਂਸ ਫੈਟਸ ਆਪਾਂ ਲਗਾਤਾਰ ਲੈ ਰਹੇ ਹਾਂ, ਓਵਰ ਸ਼ੂਗਰ ਵਾਲੀਆਂ ਚੀਜ਼ਾਂ ਲੈ ਰਹੇ ਹਾਂ, ਤੇ ਅਸੀਂ ਆਪਣੀ ਸਿਹਤ ਨੂੰ ਉਹਦੇ ਨਾਲ ਨਹੀਂ ਬਚਾ ਸਕਦੇ। ਜੀ, ਜਦੋਂ ਅਸੀਂ ਬਾਹਰਲੇ ਖਾਣੇ ਦੀ ਗੱਲ ਕਰਦੇ ਹਾਂ ਉਦੋਂ ਸਮ ਟਾਈਮ ਮਨ ਦੇ ਵਿੱਚ ਆਉਂਦਾ ਹੈ ਕਿ ਆਹ ਖਾ ਲਓ ਕਿਉਂਕਿ ਮਨ ਕਰ ਰਿਹਾ ਹੁੰਦਾ ਖਾਣ ਨੂੰ। ਆਪਾਂ ਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਨਾ, ਜੇ ਅੱਜ ਬਾਹਰਲਾ ਖਾਣ ਦਾ ਮਨ ਕਰਿਆ, ਕੁਝ ਬੇਕਡ ਚੀਜ਼ਾਂ ਲੈ ਲਈਏ, ਆਇਲੀ ਦੀ ਜਗ੍ਹਾ ਫਰਾਈਡ ਦੀ ਜਗ੍ਹਾ, ਇੱਦਾਂ ਵੀ ਹੋ ਸਕਦਾ, ਜਾਂ ਬੇਕਡ ਚੀਜ਼ਾਂ ਨੂੰ ਵੀ ਹਿਸਾਬ ਨਾਲ ਹੀ ਖਾਣਾ ਚਾਹੀਦਾ? ਨਹੀਂ, ਇਹਦਾ ਸਭ ਤੋਂ ਪਹਿਲਾਂ ਤੇ ਇਹਦਾ ਆਨਸਰ ਹੈ ਕਿ ਟੇਸਟ ਸੈਟੀਸਫਾਈਡ ਯੂ ਫॉर ਵਨਸ ਐਂਡ ਹੈਲਥ ਸੈਟੀਸਫਾਈਡ ਯੂ ਫॉर ਆਲਵੇਜ਼। ਕਿ ਜਦੋਂ ਆਪਾਂ ਟੇਸਟ ਦੇ ਵਸ 'ਚ ਆ ਕੇ ਕੁਝ ਕਰਦੇ ਆ ਨਾ, ਉਹ ਸਾਨੂੰ ਥੋੜੀ ਦੇਰ ਲਈ ਚੰਗਾ ਲੱਗਦਾ, ਬਾਅਦ 'ਚੋਂ ਗਿਲਟ ਆਉਂਦੀ ਹੈ, ਠੀਕ ਹੈ ਨਾ। ਜਦੋਂ ਆਪਾਂ ਹੈਲਥ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਰਦੇ ਆ ਤੇ ਉਹ ਸਾਨੂੰ ਲਾਈਫ ਟਾਈਮ ਲਈ ਉਹਦਾ ਅਸਰ ਰਹਿੰਦਾ ਹੈ। ਤੇ ਬਸ ਆਪਣਾ ਖਾਣਾ ਸਾਨੂੰ ਉਹਨੂੰ ਚੂਜ਼ ਰੱਖ ਕੇ ਕਰਨਾ ਚਾਹੀਦਾ ਜੀ, ਠੀਕ ਹੈ ਨਾ। ਤੁਸੀਂ ਕਿੰਨਾ ਕੁ ਡਾਈਜੈਸਟ ਕਰ ਸਕਦੇ ਹੋ ਇਹ ਫੈਟੀ। ਹੁਣ ਜੇ ਤੁਹਾਡੇ ਸਾਹਮਣੇ ਕੋਈ ਹੈ ਕਿ ਤੁਸੀਂ ਸੈਂਡਵਿਚ ਖਾਣਾ ਜਾਂ ਭਟੂਰੇ ਚਨੇ ਖਾਣੇ ਆ, ਤੇ ਡੈਫੀਨੇਟਲੀ ਤੁਸੀਂ ਸੈਂਡਵਿਚ ਨੂੰ ਅੱਛਾ ਡਾਈਜੈਸਟ ਕਰ ਸਕੋਗੇ ਜੀ। ਜੇ ਕਦੀ ਮਹੀਨੇ 'ਚ 1-2 ਵਾਰੀ ਤੁਸੀਂ ਮਹੀਨੇ 'ਚ 1 ਵਾਰੀ ਕੋਈ ਭਟੂਰੇ ਚਨੇ ਖਾ ਵੀ ਲਏ, ਔਰ ਉਹਦੇ ਆਸ-ਪਾਸ ਤੁਸੀਂ ਉਸ ਤੋਂ 1 ਦਿਨ ਪਹਿਲੇ ਔਰ ਉਸ ਤੋਂ 1 ਦਿਨ ਬਾਅਦ ਤੁਸੀਂ ਕਾਫੀ ਹਲਕਾ ਖਾਣਾ ਰੱਖਿਆ, ਫਿਰ ਕੋਈ ਪ੍ਰੋਬਲਮ ਨਹੀਂ ਹੈ, ਬਟ ਡੋਂਟ ਮੇਕ ਇਟ ਅ ਰੂਟੀਨ। ਜੇ ਆਪਾਂ ਖਾਣੇ ਨੂੰ ਉਮਰ ਵਰਗ ਦੇ ਹਿਸਾਬ ਦੇ ਨਾਲ ਵੰਡੀਏ, ਏਜ ਦੇ ਹਿਸਾਬ ਨਾਲ ਵੰਡੀਏ, ਬੱਚਿਆਂ ਦਾ 3 ਟਾਈਮ ਦਾ ਖਾਣਾ ਕਿਹੋ ਜਿਹਾ ਹੋਵੇ, ਨੌਜਵਾਨਾਂ ਦਾ 3 ਟਾਈਮ ਦਾ ਖਾਣਾ ਕਿਹੋ ਜਿਹਾ ਹੋਵੇ, ਤੇ ਸਾਡੇ ਸਭ ਤੋਂ ਜ਼ਿੰਦਗੀ ਦਾ ਅਹਿਮ ਹਿੱਸਾ ਸਾਡੇ ਬਜ਼ੁਰਗ, ਉਹਨਾਂ ਦਾ 3 ਟਾਈਮ ਦਾ ਖਾਣਾ ਕਿਹੋ ਜਿਹਾ ਹੋਵੇ? ਦੇਖੋ, ਜਿਹੜਾ ਬੱਚਿਆਂ ਦਾ 3 ਟਾਈਮ ਦਾ ਖਾਣਾ, ਕਿਉਂਕਿ ਬੱਚਿਆਂ ਨੂੰ ਗਰੋਥ ਦੀ ਲੋੜ ਹੁੰਦੀ ਹੈ, ਹਨਾ, ਤੇ ਉਹਨਾਂ ਨੇ ਵਧਣਾ, ਉਹਨਾਂ ਦੀ ਬੋਨਸ ਵਧਣੀ ਹੈ, ਤੇ ਬੱਚਿਆਂ ਦਾ 3 ਟਾਈਮ ਦਾ ਖਾਣਾ ਪ੍ਰੋਟੀਨੀਸ਼ੀਅਸ ਕਾਫੀ ਹੋਣਾ ਚਾਹੀਦਾ, ਠੀਕ ਹੈ ਨਾ। ਉਹਦੇ 'ਚ ਮਤਲਬ ਹੋਲ ਹੀ ਹੋਣਾ ਚਾਹੀਦਾ ਉਹਨਾਂ ਨੂੰ ਸਭ ਕੁਝ।
ਕਾਰਬੋਹਾਈਡਰੇਟਸ ਵੀ ਅੱਛੇ ਹੋਣੇ ਚਾਹੀਦੇ, ਉਹਨਾਂ ਨੂੰ એનર્ਜੀ ਚਾਹੀਦੀ ਹੈ, ਪ੍ਰੋਟੀਨ ਪੂਰੇ ਹੋਣੇ ਚਾਹੀਦੇ ਹੈ ਤੇ ਉਹਨਾਂ ਨੂੰ ਵਿਟਾਮਿਨਸ ਵੀ ਪੂਰੇ ਹੋਣੇ ਚਾਹੀਦੇ ਹੈ ਕਿ ਉਹਨਾਂ ਦੀ ਪਲੇਟ ਸਮਝ ਲਓ ਕਿ ਚਪਾਤੀ, ਦਾਲ, ਦਹੀਂ, ਠੀਕ ਹੈ ਨਾ, ਤੇ ਉਸ ਤੋਂ ਬਾਅਦ ਇੱਕ ਚਮਚਾ ਘਿਓ ਦਾ ਜ਼ਰੂਰ, ਤੇ ਨਾਲ ਥੋੜਾ ਜਿਹਾ ਜੇ ਤੁਸੀਂ ਕਹਿ ਦੋ ਤੇ ਗੁੜ ਜ਼ਰੂਰ। ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਅੰਦਰ ਹੋਣੀਆਂ ਚਾਹੀਦੀਆਂ ਕਿਉਂਕਿ ਉਹਨਾਂ ਦਾ ਗਰੋਥ ਪ੍ਰੋਸੈਸ ਹੈ, ਠੀਕ ਹੈ। ਜਿਸ ਤਰ੍ਹਾਂ ਆਪਾਂ ਥੋੜੇ ਵੱਡੀ ਉਮਰ 'ਚ ਆ ਜਾਂਦੇ ਆ ਹਨਾ, 40-50 ਸਾਲ ਦੀ ਉਮਰ 'ਚ ਆ ਗਏ, ਫਿਰ ਆਪਾਂ ਨੂੰ ਥੋੜੀ ਜਿਹੀ ਲਾਈਫਸਟਾਈਲ ਡਿਜ਼ੀਜ਼ਸ ਦੇ ਹਿਸਾਬ ਨਾਲ ਚੱਲਣਾ ਪੈਂਦਾ। ਮੰਨ ਲਓ ਜੇ ਤੁਹਾਨੂੰ ਸ਼ੂਗਰ ਹੈ ਤੇ ਤੁਹਾਨੂੰ ਉਹ 'ਚੋਂ ਮਿੱਠਾ ਅਵੋਇਡ ਕਰਨਾ ਪਏਗਾ, ਠੀਕ ਹੈ ਨਾ। ਓਵਰ ਕਾਰਬੋਹਾਈਡਰੇਟਸ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਆਪਣੀ ਚਪਾਤੀ ਦੀਆਂ ਜਿਹੜੇ ਤੁਸੀਂ ਰਾਈਸ ਲੈ ਰਹੇ ਹੋ ਉਹਦੀ ਮਾਤਰਾ ਘਟਾਉਣੀ ਪੈ ਸਕਦੀ ਹੈ ਥੋੜੀ ਬਹੁਤ, ਹਨਾ, ਜਿਸ ਤਰ੍ਹਾਂ ਦਾ ਤੁਹਾਡਾ ਲਾਈਫ ਸਟਾਈਲ ਹੈ, ਕਿਉਂਕਿ ਚਾਹੇ ਆਪਾਂ ਨਾਰਮਲ ਏਜ 'ਚ ਵੀ ਆ ਗਏ, ਆਪਣਾ ਉਹਦੇ ਨਾਲ ਆਪਣਾ ਵਰਕ ਸਟਾਈਲ ਵੀ ਫਰਕ ਪੈ ਜਾਂਦਾ, ਕਿੰਨਾ ਕੁ ਤੁਸੀਂ ਕੰਮ ਕਰ ਰਹੇ ਹੋ ਜੀ। ਤੇ ਇਹਦੇ ਵਿੱਚ ਤੁਹਾਨੂੰ એનર્ਜੀ ਵਰਧਕ ਚੀਜ਼ਾਂ ਤਾਂ ਜ਼ਰੂਰ ਚਾਹੀਦੀਆਂ, ਲੇਕਿਨ ਇਹਦੇ ਨਾਲ ਤੁਹਾਨੂੰ ਆਪਣੀਆਂ ਡਾਈਟ ਦੇ ਵਿੱਚ ਅੱਛੇ ਥੋੜੇ ਮਾਈਂਡ ਨਾਲ ਰਿਲੇਟਿਡ ਪ੍ਰੋਡਕਟਸ ਐਡ ਕਰਨੇ ਚਾਹੀਦੇ ਆ, ਜਿੱਦਾਂ ਕੁਝ ਅੱਛੇ ਨਿਰਮਾਈਨ ਟੌਨਿਕਸ ਹੋ ਗਏ, ਉਹ ਤੁਹਾਨੂੰ ਆਪਣੀ ਡਾਈਟ 'ਚ ਐਡ ਕਰਨੇ ਚਾਹੀਦੇ ਆ, ਜਿਹਦੇ ਨਾਲ, ਕਿਉਂਕਿ ਜਦੋਂ ਆਪਾਂ ਇਹ 'ਚ ਅੱਗੇ ਵੱਧਦੇ ਹਾਂ ਸਾਡਾ ਸਟ੍ਰੈਸ ਲੈਵਲ ਵੀ ਵਧਣਾ ਸ਼ੁਰੂ ਹੋ ਜਾਂਦਾ, ਠੀਕ ਹੈ ਨਾ। ਤੇ ਇਹਦੇ 'ਚ ਸਾਨੂੰ ਡਰਾਈ ਫਰੂਟ ਵਗੈਰਾ ਵੀ ਜ਼ਰੂਰ ਐਡ ਕਰਨੇ ਚਾਹੀਦੇ ਆ, ਕੁਝ ਅੱਛੇ ਸ਼ਰਬਤ ਜਿੱਦਾਂ ਬ੍ਰਹਮੀ ਸ਼ਰਬਤ ਹੋ ਗਿਆ, ਸ਼ੰਖ ਪੁਸ਼ਪੀ ਸ਼ਰਬਤ ਹੋ ਗਿਆ, ਇਹ ਸਾਨੂੰ ਉਹਦੇ 'ਚ ਐਡ ਕਰਨੇ ਚਾਹੀਦੇ ਆ। ਤੇ ਜਦੋਂ ਆਪਾਂ ਬਜ਼ੁਰਗਾਂ ਦੀ ਡਾਈਟ ਵਾਲੇ ਪਾਸੇ ਜਾਂਦੇ ਆ ਤੇ ਉਹ ਥੋੜੀ ਜਿਹੀ ਹਲਕੀ ਹੋਣੀ ਚਾਹੀਦੀ ਹੈ, ਲੇਕਿਨ ਹੋਲਸਮ ਹੋਣੀ ਚਾਹੀਦੀ ਹੈ। ਬਜ਼ੁਰਗਾਂ ਦੀ ਡਾਈਟ 'ਚ ਜਿਹੜੀ ਸਭ ਤੋਂ ਜ਼ਿਆਦਾ ਚੀਜ਼ ਐਡ ਹੁੰਦੀ ਹੈ ਉਹ ਹੈ ਕਿ ਉਹਨਾਂ ਵਾਸਤੇ ਫਰੂਟ ਦੀ ਮਾਤਰਾ ਅੱਛੀ ਹੋਣੀ ਚਾਹੀਦੀ ਹੈ, ਜਿੱਥੋਂ ਉਹਨਾਂ ਨੂੰ ਵਿਟਾਮਿਨ ਮਿਲੇ। ਫਰੂਟ, ਸੂਪ, ਸਲਾਦ, ਦਾਲ, ਇਹ ਚੀਜ਼ਾਂ ਉਹਨਾਂ ਦੀ ਅੱਛੀਆਂ ਹੋਣੀਆਂ ਚਾਹੀਦੀਆਂ, ਜਿੱਥੇ ਉਹਨਾਂ ਦਾ ਇਮਿਊਨ ਸਿਸਟਮ ਬਣਿਆ ਰਹੇ। ਤੇ ਕਾਰਬੋਹਾਈਡਰੇਟਸ ਨੂੰ ਚਪਾਤੀ ਤੇ ਚਾਵਲ ਨੂੰ ਉਹਨਾਂ ਦੇ ਡਾਈਜੈਸਟਿਵ ਸਿਸਟਮ ਦੇ ਅਕੋਰਡਿੰਗਲੀ ਸੈਟਲ ਡਾਊਨ ਕਰ ਲੈਣਾ ਚਾਹੀਦਾ, ਠੀਕ ਹੈ ਨਾ। એનર્ਜੀ ਦੀ ਬੜੀ ਪ੍ਰੋਬਲਮ ਆਉਂਦੀ ਹੈ, ਕਈ ਸਵੇਰ ਨੂੰ ਉੱਠਦੇ ਨੇ ਤੇ ਬੜੀ ਉਹਨਾਂ ਦੇ ਵਿੱਚ એનર્ਜੀ ਹੁੰਦੀ ਹੈ, ਜਿੱਦਾਂ ਦਿਨ ਢਲਦਾ ਜਾਂਦਾ ਹੈ ਉਹਨਾਂ ਦੀ એનર્ਜੀ ਘਟਦੀ ਜਾਂਦੀ ਹੈ। ਕਿ ਉਹਨਾਂ ਦੇ ਫੂਡ 'ਚ ਕੋਈ ਪ੍ਰੋਬਲਮ ਹੈ ਜਾਂ ਉਹਨਾਂ ਨੂੰ ਡਾਕਟਰ ਨਾਲ ਕੰਸਲਟ ਕਰਨਾ ਚਾਹੀਦਾ? ਕਿਹਨਾਂ ਨੂੰ, ਬਜ਼ੁਰਗਾਂ ਨੂੰ ਕਹਿ ਰਹੇ ਹੋ ਤੁਸੀਂ? ਮੈਂ ਸਾਰਿਆਂ ਦੀ ਗੱਲ ਕਰ ਰਹੀ ਹਾਂ, ਚਾਹੇ ਉਹ ਬੱਚਾ ਹੈ ਜਾਂ ਨੌਜਵਾਨ ਹੈ ਜਾਂ ਬਜ਼ੁਰਗ ਹੈ। ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਸਵੇਰ ਨੂੰ ਤਾਂ ਬੜੇ ਫਰੈਸ਼ ਫੀਲ ਕਰਦੇ ਨੇ, ਦਿਨ ਢਲਦਾ ਹੈ ਉਹਨਾਂ ਦੀ એનર્ਜੀ ਲੈਵਲ ਘਟ ਜਾਂਦਾ ਹੈ। ਦੇਖੋ ਜਨਰਲੀ ਜਦੋਂ ਆਪਾਂ ਸਵੇਰੇ ਸੋ ਕੇ ਉੱਠਦੇ ਹਾਂ ਤੇ ਸਾਡੀ એનર્ਜੀ ਕਿਤੇ ਨਾ ਕਿਤੇ ਅੱਛੀ ਹੁੰਦੀ ਹੈ, ਸਾਡਾ ਮਾਈਂਡ ਰਿਲੈਕਸ ਹੁੰਦਾ, ਉਹਦੇ ਨਾਲ ਸਾਡੀ ਬਾਡੀ ਚੱਲ ਪੈਂਦੀ ਹੈ, ਹਨਾ। ਜਿਸ ਤਰ੍ਹਾਂ ਅਸੀਂ ਅੱਗੇ ਜਾਂਦੇ ਹਾਂ ਸਾਨੂੰ ਨਾਲ એનર્ਜੀ ਦੀ ਲੋੜ ਹੈ। ਔਰ ਜਿਨ੍ਹਾਂ ਲੋਕਾਂ ਦੀ એનર્ਜੀ ਡਾਊਨ ਹੁੰਦੀ ਹੈ ਹੌਲੇ ਹੌਲੇ, ਇਹਦਾ ਮਤਲਬ ਹੈ ਕਿ ਉਹ ਆਪਣੀ ਡਾਈਟ ਨੂੰ ਅੱਛੇ ਤਰੀਕੇ ਨਾਲ ਨਹੀਂ ਲੈ ਰਹੇ, ਜਾਂ ਬ੍ਰੇਕਫਾਸਟ ਸਕਿਪ ਕਰ ਰਹੇ ਨੇ, ਜਾਂ ਲੰਚ ਸਕਿਪ ਕਰ ਰਹੇ ਨੇ। ਮੈਂ ਬਹੁਤ ਸੇ ਲੋਕ ਇਸ ਤਰ੍ਹਾਂ ਦੇ ਦੇਖੇ ਨੇ, ਮੇਰੇ ਕੋਲ ਕਲਾਇੰਟਸ ਆਉਂਦੇ ਨੇ ਜਿਹੜੇ ਕਹਿੰਦੇ ਨੇ ਮੈਮ ਅਸੀਂ ਸਵੇਰ ਤੋਂ ਬ੍ਰੇਕਫਾਸਟ ਹੀ ਨਹੀਂ ਕੀਤਾ, ਜਾਂ ਅਸੀਂ ਬਾਹਰੋਂ ਹੀ ਦੁਪਹਿਰੇ ਆਪਾਂ ਕੋਈ ਬਰਗਰ ਲੈ ਲਿਆ ਜਾਂ ਕੁਛ ਲੈ ਲਿਆ, ਹੈ ਨਾ। ਤੇ ਇਹਦਾ ਆਨਸਰ ਇਹੀ ਹੈ ਕਿ ਆਪਾਂ ਨੂੰ ਆਪਣਾ ਜਿਹੜਾ ਮੀਲ ਟਾਈਮ ਹੈ ਉਹਨੂੰ ਆਪਾਂ ਨੂੰ ਫੋਕਸ ਕਰਕੇ ਰੱਖਣਾ ਹੈ। ਆਪਾਂ ਨੂੰ ਪ੍ਰੋਪਰ ਇੰਟਰਵਲ ਤੇ ਜੇ ਆਪਾਂ ਕੁਛ ਨਾ ਕੁਛ ਲੈਂਦੇ ਰਹਿੰਦੇ ਆ, ਉੱਠਣ ਤੋਂ ਬਾਅਦ ਹਰ 2-2 3-3 ਘੰਟੇ ਬਾਅਦ ਜੇ ਆਪਾਂ ਆਪਣਾ ਕੋਈ ਮੀਲ ਲੈਂਦੇ ਰਹਿੰਦੇ ਆ ਤੇ ਸਾਡੀ એનર્ਜੀ ਨਹੀਂ ਘੱਟ ਹੋਏਗੀ। ਇਨਫੈਕਟ ਜਿਹੜੇ ਲੋਕ ਬਾਹਰ ਨੇ ਜਾਂ ਜਿਹੜੇ ਆਪਣੇ ਨਾਲ ਫੂਡ ਕੈਰੀ ਨਹੀਂ ਕਰਦੇ ਨੇ, ਜਿਹੜੇ ਵਰਕਰਸ ਨੇ ਜਾਂ ਕੁਝ ਕੰਪਨੀਜ਼ 'ਚ ਕੰਮ ਕਰਦੇ ਨੇ, ਉਹਨਾਂ ਵਾਸਤੇ ਵੀ ਬੜੀ ਅੱਛੀ ਆਪਸ਼ਨ ਹੈ। ਬਾਹਰੋਂ ਕੁਛ ਅੱਛੀਆਂ ਚੀਜ਼ਾਂ ਆਪਾਂ ਆਰਡਰ ਕਰ ਸਕਦੇ ਹਾਂ, ਜਿੱਦਾਂ ਕੋਈ ਚੀਜ਼ ਦੇ ਬਣੀ ਹੋਈ ਚੀਜ਼ ਆਪਾਂ ਕੋਈ ਜਿੱਦਾਂ ਕਾਥੀ ਰੋਲ ਕੋਈ ਆਪਾਂ ਆਰਡਰ ਕਰਤਾ, ਜਾਂ ਬੜੇ ਅੱਛੇ ਚਿਕਪੀ ਸਪਰਾਊਟਸ ਵਗੈਰਾ ਜਾਂ ਇੱਦਾਂ ਦੀਆਂ ਕੁਝ ਸੈਲਡਸ ਮਿਲ ਜਾਂਦੀਆਂ, ਉਹ ਆਰਡਰ ਕਰੀਏ ਜਿਹੜੀਆਂ ਨਿਊਟ੍ਰੀਸ਼ੀਅਸ ਨੇ। ਕੁਝ ਜੂਸਿਸ ਪੀ ਸਕਦੇ ਹੋ ਤੁਸੀਂ ਬਾਹਰੋਂ, ਘਰੋਂ ਤੁਸੀਂ ਨਾਲੋਂ ਬਣਾ ਕੇ ਸੈਂਡਵਿਚਸ ਨਾਲ ਕੈਰੀ ਕਰ ਸਕਦੇ ਹੋ। ਜਨਰਲੀ ਇਹ ਲੋਕਾਂ ਨੂੰ ਹੁੰਦਾ ਕਿ ਅਸੀਂ ਨਾਲ ਲੰਚ ਨਹੀਂ ਕੈਰੀ ਕਰ ਸਕਦੇ, ਜਾਂ ਸਾਨੂੰ ਕਿਸੇ ਦੇ ਸਾਹਮਣੇ ਕਹਿਣਾ ਹੀ ਅੱਛਾ ਨਹੀਂ ਲੱਗਦਾ ਕਿ ਅਸੀਂ ਖਾਣਾ ਹੈ ਨਾ। ਤੇ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਧਿਆਨ ਰੱਖੀਏ ਤੇ એનર્ਜੀ ਸਾਡੀ ਬਣੀ ਰਹੇਗੀ। ਕੁਛ ਇਹ ਆਪਣੀ ਬਾਡੀ ਦੇ ਬਲੱਡ ਲੈਵਲ ਜ਼ਰੂਰ ਚੈੱਕ ਕਰਵਾਓ ਕਿ ਬਾਡੀ ਕੋਈ ਵਿਟਾਮਿਨ ਦੀ ਕਮੀ ਤਾਂ ਨਹੀਂ ਹੈ। ਜਨਰਲੀ ਲੋਕਾਂ ਨੂੰ ਵਿਟਾਮਿਨ ਡੀ ਜਾਂ ਵਿਟਾਮਿਨ ਬੀ ਦੀ ਕਮੀ ਰਹਿੰਦੀ ਹੈ, ਜਿਹਦੇ ਕਰਕੇ ਥਕਾਵਟ ਰਹਿੰਦੀ ਹੈ ਜਾਂ ਗੈਸ ਬਣੀ ਰਹਿੰਦੀ। ਵਿਟਾਮਿਨ ਬੀ ਦੀ ਜੇ ਤੁਹਾਡੀ ਬਾਡੀ 'ਚ ਕਮੀ ਹੋਏਗੀ ਤੇ ਬਾਡੀ 'ਚ ਗੈਸ ਬਣੀ ਰਹੇਗੀ, ਪੈਰਾਂ 'ਚ ਦਰਦ ਰਹੇਗਾ, ਠੀਕ ਹੈ ਨਾ। ਤੇ ਆਪਣਾ ਇੱਕ ਵਾਰੀ ਪ੍ਰੋਪਰ ਨਿਊਟ੍ਰੀਸ਼ਨਲ ਵੈਲਿਊ ਤੁਸੀਂ ਆਪਣਾ ਪੂਰਾ ਚੈੱਕ ਕਰਾਓ ਬਾਡੀ ਦਾ, ਤੇ ਉਹਦੇ ਅਕੋਰਡਿੰਗਲੀ ਜੇ ਪ੍ਰੋਬਲਮ ਆ ਰਹੀ ਹੈ ਫਿਰ ਜ਼ਰੂਰ ਡਾਕਟਰ ਜਾਂ ਡਾਈਟੀਸ਼ੀਅਨ ਨੂੰ ਮਿਲੋ, ਤੇ ਆਪਣੀ ਟਾਈਪ ਦਾ ਫੂਡ ਤੁਸੀਂ ਜ਼ਰੂਰ ਸੈੱਟ ਕਰਾਓ। ਤੇ ਫਿਰ ਉਹੀ ਵਾਲਾ ਸਵਾਲ ਜੋ ਆਪਾਂ ਪਿਛਲੇ ਐਪੀਸੋਡ ਵਿੱਚ ਐਂਡ ਤੇ ਪੁੱਛਿਆ ਸੀ, ਤੁਹਾਡਾ ਕੋਈ ਮੈਸੇਜ? ਮੇਰਾ ਮੈਸੇਜ ਬਿਲਕੁਲ ਇਹੀ ਰਹੇਗਾ ਕਿ ਡਾਈਟ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਸਾਡੀ ਲਾਈਫ ਵਾਸਤੇ। ਅਸੀਂ ਉਹੀ ਹੀ ਹਾਂ ਜੋ ਆਪਾਂ ਖਾ ਰਹੇ ਹਾਂ, ਠੀਕ ਹੈ ਨਾ। ਤੇ ਜ਼ਰੂਰ ਇਹਦੇ ਉੱਤੇ ਫੋਕਸ ਕਰੋ। ਜੇ ਅੱਜ ਆਪਾਂ ਅੱਛੀ ਡਾਈਟ ਲੈ ਰਹੇ ਹਾਂ ਤੇ ਅਸੀਂ ਪੂਰੀ ਜ਼ਿੰਦਗੀ ਆਪਣੀ ਅੱਛੀ ਬਿਤਾ ਸਕਦੇ ਹਾਂ, ਤੇ ਟੇਸਟ ਦੇ ਵਸ਼ 'ਚ ਆ ਕੇ ਆਪਣੀ ਲਾਈਫ ਨੂੰ ਬਿਲਕੁਲ ਖਰਾਬ ਨਾ ਕਰੋ। ਜੀ, ਥੈਂਕ ਯੂ ਸੋ ਮਚ ਡਾਕਟਰ ਸ਼ੇਫਾਲੀ ਲਖਨਪਾਲ, ਤੁਸੀਂ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਆਏ ਔਰ ਇੰਨੀਆਂ ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ ਜੋ ਕਿ ਬਹੁਤ ਹੀ ਅਹਿਮ ਗੱਲਾਂ ਸੀ ਸਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ। ਥੈਂਕ ਯੂ ਸੋ ਮਚ। ਥੈਂਕ ਯੂ।
ਫਿਲਹਾਲ ਬਰੁਨ ਕੌਰ ਮਾਨ ਪੰਜਾਬ ਮੇਲ ਬੈਠਕ ਇੱਥੇ ਹੀ ਪ੍ਰੋਗਰਾਮ ਖਤਮ ਕਰ ਰਹੀ ਹੈ ਤੇ ਬੈਠਕ ਵਿਦ ਬਰੁਨ ਕੌਰ ਮਾਨ ਦੇ ਵਿੱਚ ਅਗਲੀ ਵਾਰੀ ਹੋਰ ਮਹਿਮਾਨ ਆਉਣਗੇ। ਸਾਡਾ YouTube ਚੈਨਲ ਹੈ ਪੰਜਾਬ ਮੇਲ USA TV, ਜਿਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਤੁਹਾਡੇ ਕੋਈ ਵੀ ਕੁਐਸਚਨਸ ਹਨ ਇਸ ਪ੍ਰੋਗਰਾਮ ਦੇ ਨਾਲ ਰਿਲੇਟਡ ਜਾਂ ਕਿਸੇ ਵੀ ਪ੍ਰੋਗਰਾਮ ਦੇ ਨਾਲ ਰਿਲੇਟਡ, ਉਹ ਤੁਸੀਂ ਪੁੱਛ ਸਕਦੇ ਹੋ। ਸਤਿ ਸ੍ਰੀ ਅਕਾਲ।